सरन जो जन परै सो जन उदरनहार। संत की निंदा नानका बहुर बहुर अवतार। ज़हरा ज़हूर हाजरा हजूर सर्व कला भरपूर। समर्थ गुरु लोक परलोक दे रखियक भगत वशल। ज्ञान दा सागर सतगुरां दी भगतां दी भट्टां सिखां दी जोत समर्थ गुरु धन धन श्री गुरु ग्रंथ साहिब महाराज सतगुरां दी पावन पवित्र गोद दे विच गुरु शब्द दे नाल जुड़ रही जुड़ बैठी सा संगत। धनता दे योग असी सब वडभागे हाँ जिन्हां ते गुरु ने मेहर दया करके सो जिंदगी दा बचिया रहिंदा समां सफल करन दा शुभ अवसर बख्शे। सो समय नूं सफल करना बहुत सियाणप है। समय नूं गवाउणा अज्ञानता ते मूर्खता है। समय नूं सांभ लेना बहुत सियाणप है। समय नूं गवा लेना लॉस हो जाना ये बहुत वड्डा घट है। समय नूं हमेशा याद रखना चाहिए। जो समय नूं याद नहीं रखता वो भी इस संसार ते याद नहीं रहिंदा। जिन्हां ने समय नूं याद रखिया मनुख दी जिंदगी विच समा कई तरीकिਆਂ ਦੇ ਨਾਲ ਆਉਂਦਾ है, कई तरीकिਆਂ ਦੇ ਨਾਲ ਲੰਘਦਾ है। उस समय नूं सफल करना, उस समय तो लैसन लेना, सिक्ख्या लैनी है, जंज भी कह सकते हैं उस समय नूं संभालना। समय नूं संभालना कोई इस तरह नहीं भी समय नूं किसी डब्बे विच पाया ते अलमारी विच लॉक विच रख दिता भी समय नूं संभाल लिया। नहीं, समय नूं संभालण दा मतलब जिस टाइम दे विचों असी गुजर रहे हैं, चाहे कोई 10 साल दा है, चाहे 20 दा, 50 दा, 70 दा, ਉਹਦਾ ਸਮਾਂ ਹੈ। ਸਮੇਂ ਨੂੰ ਸੁਨਹਿਰੀ ਬਣਾਉਣਾ ਜਾਂ ਸਮੇਂ ਨੂੰ ਡਾਰਕ ਬਣਾਉਣਾ ਇਹ ਮਨੁੱਖ ਖੁਦ ਕਰ ਸਕਦਾ ਹੈ। ਸਮੇਂ ਨੂੰ ਕਿਵੇਂ ਬ੍ਰਾਈਟ ਕਰਨਾ, ਕਿਵੇਂ ਡਾਰਕ ਕਰਨਾ ਇਹ ਮਨੁੱਖ ਕਰ ਸਕਦਾ ਹੈ। ਇਸ ਕਰਕੇ ਜੋ ਬਚਪਨ ਨੂੰ ਸੰਭਾਲ ਲੈਂਦਾ ਹੈ, ਬਚਪਨ ਦੇ ਵਿੱਚ ਐਸੇ ਸੰਸਕਾਰ जो सारी जिंदगी कम आउंदे ने, जो इसनूं संभाल लैंदा है, समझो कह सकते हैं उन्हें अपना बचपन का समा संभाल लिया। जदों मनुख ते जवानी आउंदी है, जवानी भी एक समा है जिसने अपनी जवानी नूं संभाल लिया, अपने अंदरों पैदा होंदियां भावनावां ते कंट्रोल कर लिया। उसनूं भी असी कह सकते हैं भी इसने अपना समा संभाल लिया। जंज भी कह सकते हैं जिसने अपनी जवानी नूं संभाल लिया उहदा बुढ़ापा अच्छा होएगा। जिन्हां ने जवानी दे समय नूं भोग के जां खा पी के ऐश करके बतीत किया और रोगी होए, ते जिन्हां ने जवानी दे विच खुराकां खाधियां, कसरतां कीतियां, डंड बैठकां मारियां, जिवें बजुर्ग कहंदे सी, सो जवानी दियां खुराकां बुढ़ापे विच कम आउंदियां ने। इसदा मतलब ये भी जोबन दा जुबानी दा समा जिसने संभाल लिया उसका आने वाला समा फ्यूचर बहुत वधिया होया। ते जिसने अपने जीवन दे समय नूं संभालिया ना
ਉਹ ਇਨਸਾਨ ਹਮੇਸ਼ਾ ਫੇਲ ਹੋਇਆ, ਉਹ ਇਨਸਾਨ ਹਮੇਸ਼ਾ ਅਸ਼ਾਂਤ ਹੋਇਆ ਔਰ ਦੁਖੀ ਹੋਇਆ। ਸੋ ਸਮਾਂ ਜਿਹੜਾ ਇਹ ਠਹਿਰਨ ਜਾਚਨਾ ਜਾਣਦਾ, ਇਹ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਇਹ ਚੱਲਦਾ ਰਹਿੰਦਾ। ਵੱਡੇ ਵੱਡੇ ਦੁਨੀਆ ਦੇ ਪੀਰ ਪੈਗੰਬਰ ਅਵਤਾਰ ਭਗਤ ਮਹਾਂਪੁਰਖ ਆਏ, ਪਰ ਸਮਾਂ ਜਿਹੜਾ ਉਹ ਰੁਕਿਆ ਨਹੀਂ, ਰੁਕਿਆ ਨਹੀਂ, ਤੁਰਿਆ ਜਾਂਦਾ, ਚੱਲੀ ਜਾਂਦਾ, ਤੇ ਉਹਨੇ ਰੁਕਣਾ ਵੀ ਨਹੀਂ। ਸੋ ਇਸ ਲਈ ਇਸ ਸਮੇਂ ਦੇ ਦੌਰਾਨ ਸਾਡਾ ਜੀਵਨ ਹੈ। ਸੋ ਇਸ ਜੀਵਨ ਨੂੰ ਅਸੀਂ ਸਫਲ ਕਰਨ ਦੇ ਲਈ ਹੀ ਸ਼ਬਦ ਦੇ ਨਾਲ ਜੁੜਦੇ ਹਾਂ, ਗੁਰੂ ਦੀ ਬਾਣੀ ਦੇ ਨਾਲ ਜੁੜਦੇ ਹਾਂ, ਨਿਤਨੇਮ ਕਰਦੇ ਹਾਂ, ਆਪਣੇ ਆਪ ਨੂੰ ਚੰਗਾ ਬਣਾਉਣ ਦਾ ਯਤਨ ਕਰਦੇ ਹਾਂ ਗੁਰੂ ਦੀ ਬਾਣੀ ਦੇ ਨਾਲ। ਸੋ ਦਾਤਾ ਸਤਿਗੁਰੂ ਮਿਹਰ ਕਰੇ, ਦਇਆ ਕਰੇ। ਆਓ ਲੜੀਵਾਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਦੇ ਹਾਂ। ਬੜਾ ਪਿਆਰਾ ਸ਼ਬਦ ਹੈ ਅੱਜ ਦਾ, ਬਹੁਤ ਹੀ ਪਿਆਰਾ ਵਿਸ਼ਾ ਹੈ। ਗੁਰੂ ਮਹਾਰਾਜ ਜੀ ਦੀ ਬਾਣੀ ਦੀ ਪੰਕਤੀ ਹੈ ਵੀ ਨਾਨਕ ਵਿਚਾਰੈ ਸੰਤ ਜਨ ਚਰ ਵੇਦ ਕਹਾਂਦੇ, ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣੰਦੇ, ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਕਹਾਂਦੇ। ਓਏ ਲੋਚਨ ਉਹਨਾਂ ਗੁਣੇ ਨੂੰ, ਓਏ ਅਹੰਕਾਰ ਸੜੰਦੇ, ਓਏ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ, ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ, ਵੈਰ ਕਰੇ ਨਿਰਵੈਰ ਨਾਲ ਧਰਮ ਨਿਆਏ ਪਚੰਦੇ, ਜੋ ਜੋ ਸੰਤ ਸਰਾਪਿਆ ਸੇ ਫਿਰੇ ਭਵੰਦੇ, ਪੇੜ ਮੁਢਾਹੋਂ ਕੱਟਿਆ ਤਿਸ ਡਾਲ ਸੁਕੰਦੇ। ਇਹ ਹੈ ਅੱਜ ਦੇ ਲੜੀਵਾਰ ਸ਼ਬਦ ਦੀਆਂ ਪੰਕਤੀਆਂ, ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ 306। ਸੋ ਕੀ ਫਰਮਾਨ ਕਰਦੇ ਨੇ ਸਤਿਗੁਰੂ ਜੀ? ਮਹਾਰਾਜ ਜੀ ਕਹਿੰਦੇ ਗ੍ਰੰਥ ਦੱਸਦੇ ਹਨ, ਨਾਨਕ ਵਿਚਾਰੈ ਸੰਤ ਜਨ ਚਾਰ ਵੇਦ ਕਹਾਂਦੇ। ਪੁਰਾਤਨ ਗ੍ਰੰਥ ਚਾਰ ਵੇਦ ਜਿਹੜੇ ਉਹਨਾਂ ਦੀ ਗੱਲ ਕਰਦੇ ਵੀ ਉਹ ਵੀ ਗ੍ਰੰਥ ਦੱਸਦੇ ਹਨ। ਜਦੋਂ ਵਿਚਾਰ ਕਰਕੇ ਅਸੀਂ ਦੇਖਦੇ ਹਾਂ, ਇਹ ਸਾਰੇ ਇਹ ਗਵਾਹੀ ਭਰਦੇ ਨੇ ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਹੁੰਦੇ ਨੇ, ਅੱਲਾ ਰਾਮ ਦੇ ਭਗਤ ਪਿਆਰੇ ਹੁੰਦੇ ਨੇ, ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ। ਰੱਬ ਦੇ ਬੰਦੇ ਜਿਹੜੇ ਨੇ ਜਦੋਂ ਉਹ ਕੋਈ ਬਚਨ ਕਰਦੇ ਨੇ, ਉਹ ਮਹਾਰਾਜ ਜੀ ਕਹਿੰਦੇ ਸਹੀ ਹੁੰਦੇ ਹਨ, ਪੂਰੇ ਹੁੰਦੇ ਹਨ। ਰੱਬ ਤੇ ਰੱਬ ਹੈ ਹੀ ਹੈ, ਰੱਬ ਤੇ ਰੱਬ ਹੈ ਹੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਹੜਾ ਕੋਈ ਰੱਬ ਦਾ ਨਾਮ ਜਪਣ ਵਾਲਾ ਉਹ ਵੀ ਰੱਬ ਹੀ ਹੈ, ਬਾਣੀ ਵਿੱਚ ਲਿਖਿਆ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਮਹਾਰਾਜ ਜੀ ਕਹਿੰਦੇ ਰੱਬ ਦੇ ਪਿਆਰਿਆਂ ਦੇ ਵਿੱਚ ਤੇ ਰੱਬ ਦੇ ਵਿੱਚ ਬਿਲਕੁਲ ਅੰਤਰ ਨਹੀਂ ਜਾਣਨਾ। ਕਬੀਰ ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮੈਂ ਲੱਖ ਕਰੋੜੀ। ਬਿਰਲੇ ਹੁੰਦੇ ਨੇ ਪਰ ਹੁੰਦੇ ਨੇ। ਇਸ ਕਰਕੇ ਐਸੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਜਿਹੜਾ ਬਚਨ ਕਰ ਦਿੰਦੇ ਨੇ ਉਹ ਪੂਰਾ ਹੁੰਦਾ। ਜੇ ਕਿਸੇ ਨੂੰ ਕੋਈ ਜ਼ਿੰਦਗੀ ਵਿੱਚ ਐਸਾ ਮਿਲਿਆ ਹੋਵੇ, ਉਸ ਨੂੰ ਅਸੀਂ ਗੁਰਸਿੱਖ ਵੀ ਕਹਿ ਸਕਦੇ ਹਾਂ, ਸੰਤ ਵੀ ਕਹਿ ਸਕਦੇ ਹਾਂ, ਭਗਤ ਵੀ ਕਹਿ ਸਕਦੇ ਹਾਂ, ਫਕੀਰ ਵੀ ਕਹਿ ਸਕਦੇ ਹਾਂ, ਕੁਝ ਵੀ ਕਹਿ ਸਕਦੇ। ਸੋ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਐਸੇ ਰੱਬ ਦੇ ਪਿਆਰੇ ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ। ਉਹਨਾਂ ਦੇ ਮੁਖ ਤੋਂ ਕੋਈ ਵਚਨ ਨਿਕਲ ਜਾਵੇ ਤੇ ਉਹ ਸਤ ਹੋ ਜਾਂਦਾ, ਉਹ ਪੂਰਾ ਹੋ ਜਾਂਦਾ ਬਿਲਕੁਲ। ਔਰ ਉਹਨਾਂ ਦਾ ਜਿਹੜਾ ਵਚਨ ਹੈ ਸਾਰੇ ਲੋਕਾਂ ਦੇ ਵਿੱਚ ਜਿਹੜਾ ਹੈ ਉਹ ਪ੍ਰਗਟ ਹੋ ਜਾਂਦਾ ਹੈ। ਜਿਵੇਂ ਤੁਸੀਂ ਪੰਕਤੀ ਪੜ੍ਹਦੇ ਹੋ, ਸੁਣਦੇ ਹੋ, ਭਗਤ ਭਗਤ ਜਗ ਵੱਜਿਆ ਚੌਚੱਕਾਂ ਦੇ ਵਿੱਚ ਚਮਰੇਟਾ। ਜਾਂ ਹੋਰ ਵੀ ਬਾਣੀ ਦੀਆਂ ਪੰਕਤੀਆਂ ਅਸੀਂ ਸੁਣਦੇ ਹਾਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਮ ਕੋ ਸ਼ਿਪਰੋ ਹੋਇਓ ਲਾਕੀਨਾ। ਬੋਲਣਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਹਰਾ ਭਇਓ ਗੁਣੀ ਗਹੀਰਾ।
रविदास ढवंता ढोर नीत तिन त्यागी माया, प्रगट होवा साध संग हर दर्शन पाया। सैन नाई बुत कारियां ओ घर घर सुनिया, हिरदे वस्या पार ब्रह्म भगता मैं गणिया। ਇਹ ਬਿਦ ਸੁਣ ਕੇ ਜੱਟ ਰੋਟ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ, ਪ੍ਰਗਟ ਪਹਾਰਾ ਜਪਦਾ ਸਭ ਲੋਕ ਸੁਣੰਦੇ। ਮਤਲਬ ਭਗਤ ਪਰਮਾਤਮਾ ਦੇ ਪਿਆਰੇ ਹੁੰਦੇ ਨੇ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਭਉ ਕਿਛ ਨਾਹੀ, ਜਮ ਨਹੀਂ ਆਵੇ ਨੇਰੇ। ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ। ਭਗਤ ਜਿਹੜੇ ਬਚਨ ਬੋਲਦੇ ਨੇ, ਬੜੀਆਂ ਸਾਖੀਆਂ ਅਸੀਂ ਸੁਣਦੇ ਹਾਂ, ਸੁਣੀਆਂ ਹਨ। ਬਹੁਤ ਪ੍ਰਮਾਣ ਅਸੀਂ ਸੁਣੇ ਹਨ ਵੀ ਭਗਤ ਜਦੋਂ ਬੋਲਦੇ ਨੇ ਤੇ ਉਹ ਬਚਨ ਸੱਤ ਹੁੰਦੇ ਆ। ਜੇ ਭਗਤ ਕਹਿ ਦਵੇ ਭਾਜੜਾਂ ਪਈਆਂ ਤੇ ਪੈ ਜਾਂਦੀਆਂ ਨੇ। ਜੇ ਭਗਤ ਕਹੇ ਸਭ ਕੁਝ ਹਰਿਆ ਭਰਿਆ ਤੇ ਹਰਿਆ ਭਰਿਆ ਹੋ ਜਾਂਦਾ। ਜੇ ਭਗਤ ਕਹੇ ਇਹ ਚੀਜ਼ ਨਹੀਂ ਹੋ ਸਕਦੀ, ਆਵਾ ਕੱਚਾ ਤੇ ਫਿਰ ਆਵਾ ਕੱਚਾ। ਜੇ ਭਗਤ ਕਹਿ ਦਵੇ ਤੇਰਾ ਭਲਾ ਹੋਵੇ ਤੇ ਫਿਰ ਭਲਾ ਜ਼ਰੂਰ ਹੋਵੇਗਾ। ਇਹ ਸੱਚ ਹੈ। ਪਰ ਕੋਈ ਭਗਤ ਲੱਗੇ, ਕੋਈ ਸੇਵਕ ਲੱਗੇ, ਕੋਈ ਸਿੱਖ ਲੱਗੇ, ਕੋਈ ਵਾਹਿਗੁਰੂ ਦਾ ਪਿਆਰਾ ਸੱਚਮੁੱਚ ਪ੍ਰਤੀਤ ਹੋਵੇ, ਇਹਦੇ ਲਈ ਵੀ ਤੇ ਗੁਰੂ ਦੀ ਬਖਸ਼ਿਸ਼ ਹੀ ਚਾਹੀਦੀ ਹੈ ਨਾ। ਕਿਉਂਕਿ ਸੁਖੀ ਏਕੋ ਪੇਖੇ ਸਭ ਸੁਖੀ, ਆਰੋਗੀ ਕੇ ਭਾਣੇ ਸਭ ਰੋਗੀ। ਜਿਵੇਂ ਦਾ ਮੇਰੀਆਂ ਅੱਖਾਂ ਦੇ ਉੱਪਰ ਸ਼ੀਸ਼ਾ ਲੱਗਾ ਹੋਇਆ, ਮੈਨੂੰ ਉਸੇ ਤਰ੍ਹਾਂ ਦਾ ਹੀ ਦਿਸਣਾ ਹੈ। ਜੇ ਮੇਰੇ ਅੰਦਰ ਕਠੋਰਤਾ ਦਇਆ ਨਹੀਂ ਤੇ ਮੈਨੂੰ ਭਗਵਾਨ ਈਸ਼ਵਰ ਨਹੀਂ ਦਿਸਣਾ। ਮੇਰੇ ਅੰਦਰ ਭਲੇ ਦੀ ਭਾਵਨਾ ਨਹੀਂ ਆਉਣੀ ਜੇ ਮੇਰੇ ਅੰਦਰ ਪੱਥਰ ਵਰਗਾ ਦਿਲ ਜਿਗਰਾ ਬਣਿਆ। ਤੇ ਜੇ ਕਿਸੇ ਦੇ ਅੰਦਰ ਦਿਆਲਤਾ ਹੈ, ਦਇਆ ਹੈ, ਉਸਨੇ ਇੱਕਦਮ ਪੁੰਨ ਕਮਾ ਲੈਣਾ। ਉਸਨੇ ਇੱਕਦਮ ਭਲੇ ਦੇ ਲਈ ਉੱਠ ਪੈਣਾ। ਧਰਮ ਦੀ ਸ਼ੁਰੂਆਤ ਜਿਹੜੀ ਹੈ ਭਾਵਨਾ ਤੋਂ ਹੁੰਦੀ ਹੈ, ਭਾਵਨਾ ਤੋਂ। ਧਰਮ ਸੋਹਣੇ ਕੱਪੜੇ ਲੀੜਿਆਂ ਦੇ ਨਾਲ ਜਾਂ ਦੁਨਿਆਵੀ ਕਿਸੇ ਪਦਾਰਥਾਂ ਦੇ ਨਾਲ ਨਹੀਂ ਬਣਦਾ, ਜਾਂ ਕੋਈ ਧਰਮੀ ਇਸ ਤਰ੍ਹਾਂ ਨਹੀਂ ਬਣਦਾ ਵੀ ਕੋਈ ਧਰਮ ਨੂੰ ਖਰੀਦ ਲਵੇ। ਨਹੀਂ, ਧਰਮ ਸਾਡੀ ਅੰਦਰਲੀ ਅਵਸਥਾ ਸਾਡੀ ਭਾਵਨਾ ਦੇ ਰਾਹੀਂ ਹੀ ਪ੍ਰਗਟ ਹੁੰਦਾ। ਅੰਦਰ ਦਇਆ ਦਾ ਪੈਦਾ ਹੋਣਾ ਇੱਕ ਧਰਮ ਦੀ ਨਿਸ਼ਾਨੀ ਹੈ। ਜਦੋਂ ਕਿਸੇ ਦੇ ਅੰਦਰ ਦਇਆ ਆਵੇ ਤੇ ਉਹ ਹਮੇਸ਼ਾ ਹੀ ਪਰਉਪਕਾਰ ਦੇ ਲਈ ਤੁਰਦਾ। ਜੇ ਕਿਸੇ ਦੇ ਅੰਦਰ ਕਠੋਰਤਾ ਹੋਵੇ, ਉਹ ਦੂਸਰੇ ਦੇ ਭਲੇ ਦੀ ਬਜਾਏ ਉਹਦਾ ਨੁਕਸਾਨ ਕਰਨ ਦੇ ਲਈ ਤੁਰਦਾ। ਧਿਆਨ ਦੇਣਾ, ਲੋਕ ਕਈ ਇੱਦਾਂ ਦੇ ਨੇ ਜਿਹੜੇ ਕਚਹਿਰੀਆਂ ਦੇ ਵਿੱਚ ਜਾਂਦੇ ਨੇ ਸੱਚੀ ਗਵਾਹੀ ਦੇਣ। ਕਈ ਇੱਦਾਂ ਦੇ ਨੇ ਪੈਸੇ ਲੈ ਕੇ ਝੂਠੀਆਂ ਗਵਾਹੀਆਂ ਦਿੰਦੇ ਦੇਖੇ ਨੇ। ਉਹ ਕਹਿੰਦੇ ਪੈਸੇ ਇੰਨੇ ਦੇ ਦਿਓ, ਬਾਹਰ ਹੀ ਖੜੇ ਹੁੰਦੇ ਨੇ ਵੀ ਅਸੀਂ ਝੂਠ ਬੋਲ ਦਿਆਂਗੇ ਤੇਰੇ ਨਾਂ ਤੇ, ਤੇਰੀ ਆ ਚੀਜ਼ ਹੋ ਜਾਏਗੀ। ਝੂਠੇ ਫਰੇਬੀ ਧੋਖੇਬਾਜ਼ ਇੱਦਾਂ ਦੇ ਵੀ ਹੁੰਦੇ ਨੇ ਜਿਹੜੇ ਕਿਸੇ ਦੇ ਲਈ ਜਾਮਨੀ ਭਰਦੇ ਨੇ, ਕਿਸੇ ਦੇ ਭਲੇ ਦੇ ਲਈ, ਔਰ ਸਾਈਨ ਕਰ ਦਿੰਦੇ ਨੇ। ਕਈ ਇੱਦਾਂ ਦੇ ਵੀ ਫਰਾਡ ਹੁੰਦੇ ਨੇ ਜਿਹੜੇ ਧੋਖੇਬਾਜ਼ ਹੁੰਦੇ ਨੇ, ਆਪ ਹੀ ਸਾਈਨ ਕਰ ਲੈਂਦੇ ਨੇ, ਆਪ ਹੀ। ਔਰ ਉਹ ਭਲਾ ਉਹਨਾਂ ਨੇ ਕੀ ਕਰਨਾ, ਦੂਜੇ ਦਾ ਬੁਰਾ ਕਰਨ ਦੇ ਲਈ ਕੰਮ ਕਰਦੇ ਨੇ। ਇਸ ਕਰਕੇ ਉਹਨਾਂ ਦਾ ਦਿਲ ਕਠੋਰ ਹੁੰਦਾ। ਜਿਸ ਦਾ ਦਿਲ ਨਰਮ ਹੁੰਦਾ ਨਾ, ਉਹ ਕਿਸੇ ਦਾ ਨਾਲ ਧੋਖੇ ਬਾਰੇ ਸੋਚ ਵੀ ਨਹੀਂ ਸਕਦਾ। ਉਹ ਬੰਦਾ ਅੱਛਾ ਨਹੀਂ ਹੁੰਦਾ। ਤੇ ਮਹਾਰਾਜ ਜੀ ਕਹਿੰਦੇ ਯਾਦ ਰੱਖੀ, ਰਗੜਿਆ ਜਾਏਗਾ, ਧੋਖੇ ਦੇ ਵਿੱਚ ਨਾ ਰਹੀ, ਪਛਾਣ ਰੱਖ। ਬਾਣੀ ਵਿੱਚ ਇੱਕ ਬੜੀ ਪੰਕਤੀ ਲਿਖੀ ਹੈ, ਸਾਡੇ ਸੱਜਣ ਕਿਹੜੇ ਨੇ ਤੇ ਮਿੱਤਰ ਕਿਹੜੇ। ਮਹਾਰਾਜ ਜੀ ਕਹਿੰਦੇ ਪਛਾਣ ਰੱਖੀ। ਪਤਾ ਬਾਣੀ 'ਚ ਕੀ ਲਿਖਿਆ? ਕਹਿੰਦੇ ਲੋਭੀ ਕਾ ਵਸਾ ਨਾ ਕੀਜੈ। ਲੋਭੀ ਮਨੁੱਖ ਦਾ ਬਿਲਕੁਲ ਵਸਾ ਨਾ ਕਰੀ, ਤੈਨੂੰ ਉਹ ਨੁਕਸਾਨ ਪਹੁੰਚਾ ਸਕਦਾ ਹੈ। ਸੋ ਵਿਚਾਰ ਚੱਲ ਰਹੀ ਸੀ ਵੀ ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ,
ਪ੍ਰਗਟ ਪਹਾਰਾ ਜਪਦਾ ਸਭ ਲੋਕ ਸੁਣੰਦੇ। ਭਗਤ ਜਿਹੜੇ ਨੇ ਉਹ ਜਗ ਦੇ ਵਿੱਚ ਨਾ ਇੱਕ ਦਿਨ ਪ੍ਰਗਟ ਹੁੰਦੇ ਹਨ। ਸੱਚਮੁੱਚ ਭਗਤ ਸੱਚਮੁੱਚ ਪ੍ਰਗਟ ਹੁੰਦੇ ਨੇ। ਚੰਗੇ ਬੰਦੇ ਦੀ ਚੰਗਿਆਈ ਭਾਵੇਂ ਕੋਈ ਇਗਨੋਰ ਕਰੇ, ਉਸ ਨੇ ਪ੍ਰਗਟ ਹੋਣਾ ਹੀ ਹੋਣਾ। ਦੁਨੀਆ ਦੀ ਕੋਈ ਤਾਕਤ ਕਿਸੇ ਦੀ ਚੰਗਿਆਈ ਨੂੰ ਰੋਕ ਨਹੀਂ ਸਕਦੀ। ਜੇ ਕਿਸੇ ਨੇ ਪ੍ਰਫੁੱਲਤ ਹੋਣਾ ਤੇ ਉਹਨੇ ਪ੍ਰਫੁੱਲਤ ਹੋਣਾ ਹੈ। ਜਿੰਨਾ ਮਰਜ਼ੀ ਕੋਈ ਕਿਸੇ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕਰੇ। ਮਹਾਰਾਜ ਜੀ ਕਹਿੰਦੇ ਨੇ ਪ੍ਰਗਟ ਪਹਾਰਾ, ਉਹ ਉੱਗੇ ਹੋ ਜਾਂਦੇ ਨੇ, ਉਹ ਮਸ਼ਹੂਰ ਹੋ ਜਾਂਦੇ ਹਨ। ਉਹ ਉੱਗੇ ਹੋ ਜਾਂਦੇ ਹਨ, ਮਸ਼ਹੂਰ ਹੋ ਜਾਂਦੇ ਹਨ। ਔਰ ਉਹਨਾਂ ਦੀ ਰੱਬ ਜਿਹੜਾ ਹੈ ਕਦਰ ਕਰਦਾ ਹੈ। ਇਹਦੇ ਵਿਪਰੀਤ ਅਗਲੀ ਪੰਕਤੀ ਆਈ ਹੈ। ਇਹਨਾਂ ਦੇ ਜਿਹੜੇ ਉਲਟ ਚੱਲਦੇ ਨੇ, ਭਗਤਾਂ ਦੇ ਜਿਹੜੇ ਦੁਖੀ ਹੁੰਦੇ ਨੇ, ਭਗਤਾਂ ਨਾਲ ਜਿਹੜੇ ਖਹਿੰਦੇ ਨੇ, ਨਫ਼ਰਤ ਕਰਦੇ ਹਨ, ਉਹਨਾਂ ਦੇ ਬਾਰੇ ਵੀ ਲਿਖੀ ਪੰਕਤੀ, ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਖਹਾਂਦੇ। ਜਿਹੜੇ ਵਾਹਿਗੁਰੂ ਦੇ ਪਿਆਰਿਆਂ ਦੇ ਨਾਲ ਲੜਦੇ ਨੇ, ਝਗੜਦੇ ਨੇ, ਖਹਿੰਦੇ ਨੇ, ਪਾਤਸ਼ਾਹ ਜੀ ਫਰਮਾਨ ਕਰਦੇ ਨੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਦੀ ਵੀ ਸੁੱਖ ਨਹੀਂ ਮਿਲਦਾ। ਉਹ ਹਮੇਸ਼ਾ ਹੀ ਮੂਰਖ ਲੋਕ ਜਿਹੜੇ ਨੇ ਦੁਖੀ ਰਹਿੰਦੇ ਹਨ। ਝਗੜਨਾ ਤੇ ਇੱਕ ਆਮ ਇਨਸਾਨ ਨਾਲ ਵੀ ਭੈੜਾ ਹੈ, ਮਾੜਾ ਲਿਖਿਆ। ਝਗੜਾ ਨਵੇੜੋ ਏਕੋ ਨਾਮ। ਵੀ ਝਗੜਾ ਨਵੇੜਨ ਨੂੰ ਨਹੀਂ ਕਿਹਾ ਬਾਣੀ ਵਿੱਚ, ਝਗੜਾ ਪਾਉਣ ਨੂੰ ਨਹੀਂ ਕਿਹਾ, ਝਗੜਾ ਨਵੇੜਨ ਨੂੰ ਕਿਹਾ। ਆਮ ਇਨਸਾਨ ਨਾਲ ਝਗੜਾ ਨਵੇੜਨ ਨੂੰ ਕਿਹਾ। ਪਰ ਜੇ ਕੋਈ ਝਗੜਾ ਕਿਸੇ ਸਤਪੁਰਖ ਨਾਲ ਪਾਵੇ, ਜੇ ਕੋਈ ਝਗੜਾ ਕਿਸੇ ਰੱਬ ਦੇ ਬੰਦੇ ਨਾਲ ਪਾਵੇ, ਤੇ ਫਿਰ ਉਹ ਖਤਮ ਹੋ ਜਾਂਦਾ ਹੈ। ਨਦਰਿਓ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਇੰਦਾ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਔਰੰਗਜ਼ੇਬ ਨੇ ਜਾਣ ਬੁੱਝ ਕੇ ਵਧੀਕੀਆਂ ਕੀਤੀਆਂ। ਅੱਜ ਨਾਮੋ ਨਿਸ਼ਾਨ ਮਿਟ ਗਿਆ ਹੈ ਔਰੰਗਜ਼ੇਬ ਦਾ। ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਕਹਾਂਦੇ। ਜਹਾਂਗੀਰ ਨਫ਼ਰਤ ਕਰਦਾ ਸੀ ਸਤਿਗੁਰ ਦੇ ਨਾਲ। ਅਬ ਸ਼ਬਦ ਵੀ ਬੋਲਦਾ ਸੀ। ਗੁਰੂ ਨਾਨਕ ਦੇ ਘਰ ਨੂੰ ਕਹਿੰਦਾ ਸੀ ਦੁਕਾਨ। ਦੁਕਾਨ ਕਹਿ ਕੇ ਉਸਨੇ ਤੁਝ ਕੇ ਜਹਾਂਗੀਰ ਦੇ ਵਿੱਚ ਲਿਖਿਆ ਇਹ ਦੁਕਾਨ ਨੇ ਬੰਦ ਕਰਾਉਣੀ ਹੈ। ਤੇ ਫਿਰ ਰਾਤ ਨੂੰ ਉਹ ਉੱਠਦਾ ਸੀ, ਬੁੜਬੜਾਉਂਦਾ ਸੀ, ਤਰਬਕ ਕੇ ਉੱਠਦਾ ਸੀ, ਡਰ ਲੱਗਦਾ ਸੀ ਉਸਨੂੰ। ਕਿਉਂ? ਜਿਹੜਾ ਸੱਚ ਦੇ ਨਾਲ ਖਹਿੰਦਾ ਜਾਂ ਸਤਿਪੁਰਖ ਦੇ ਨਾਲ ਖਹਿੰਦਾ ਜਾਂ ਰੱਬ ਦੇ ਪਿਆਰਿਆਂ ਦੇ ਨਾਲ ਖਹਿੰਦਾ ਸਤਸੰਗ ਜੀ, ਉਹਦਾ ਜਿਹੜਾ ਪਤਨ ਹੋਣਾ ਸ਼ੁਰੂ ਹੋ ਜਾਂਦਾ ਹੈ। ਪਤਨ ਤੁਸੀਂ ਅੱਗੇ ਵੀ ਸੁਣਿਆ ਸੀ ਪਿਛਲੇ ਦਿਨਾਂ ਵਿੱਚ। ਦੁਰਵਾਸਾ ਸਿਉ ਕਰਤ ਠਗੌਰੀ ਯਾਦਵ ਇਹ ਫਲ ਪਾਏ। ਯਾਦਵਾਂ ਦੀ ਕੁਲ ਦਾ ਨਾਸ ਹੀ ਉਸ ਦੁਰਵਾਸਾ ਰਿਸ਼ੀ ਦੇ ਨਾਲ ਮਸ਼ਕਰੀ ਟੀਚਰ ਕਰਨ ਦਾ ਫਲ ਮਿਲਿਆ ਸੀ। ਇਸ ਕਰਕੇ ਕਿਸੇ ਰੱਬ ਦੇ ਬੰਦੇ ਦੇ ਨਾਲ ਖਹਿਣਾ ਜਿਹੜਾ ਹੈ ਅਗਿਆਨਤਾ ਤੇ ਮੂਰਖਤਾ ਨਹੀਂ। ਕਿਸੇ ਦੇ ਨਾਲ ਵੀ ਬਹਿਸ, ਕਿਸੇ ਦੇ ਨਾਲ ਵੀ ਕੋਈ ਗਾਲੀ ਗਲੋਚ, ਕਿਸੇ ਦੇ ਨਾਲ ਵੀ ਕੋਈ ਝਗੜਾ, ਇਸ ਤਰ੍ਹਾਂ ਦੀ ਗੱਲ ਕਰਨੀ ਸਿਆਣੀ ਗੱਲ ਨਹੀਂ ਹੁੰਦੀ। ਸਿਆਣੇ ਲੋਕ ਕਦੀ ਬਹਿਸ ਨਹੀਂ ਕਰਦੇ। ਸਿਆਣੇ ਲੋਕ ਗੱਲ ਨੂੰ ਮਿਟਾਉਂਦੇ ਨੇ, ਜਿਹਨੂੰ ਪੰਜਾਬੀ 'ਚ ਕਹਿੰਦੇ ਮਿੱਟੀ ਪਾਉਂਦੇ ਨੇ। ਜੇ ਕਿਸੇ ਦਾ ਕੋਈ ਕਸੂਰ ਵੀ ਹੈ ਉਹ ਕਹਿੰਦੇ ਛੱਡੋ ਪਰਾਂ ਭਾਈ, ਕੋਈ ਗੱਲ ਨਹੀਂ, ਮਿਟਾਓ ਗੱਲ। ਤੇ ਜਿਹੜੇ ਹੁੰਦੇ ਨੇ ਤਮਾਸ਼ਗੀਰ, ਉਹ ਕਹਿੰਦੇ ਨੇ ਲੈ ਤੈਨੂੰ ਆਹ ਗੱਲ ਕਹਿ ਗਿਆ, ਤੂੰ ਤੇ ਜਿਉਂਦਾ ਹੀ ਮਰ ਗਿਆ ਜੇ ਤੂੰ ਜਵਾਬ ਨਾ ਦਿੱਤਾ। ਉਹਨੇ ਇੱਕ ਗੱਲ ਕਹਿੰਦੀ ਕਹੀ ਹੁੰਦੀ ਹੈ, ਤੇ ਜਿਹੜਾ ਨਾਲ ਦਾ ਪ੍ਰਸ਼ੰਸਕ ਹੁੰਦਾ ਹੈ ਨਾ, ਜਿਹੜਾ ਭਲਾ ਕਹਿੰਦਾ ਮੈਂ ਤੇਰਾ ਭਲਾ ਚਾਹੁੰਦਾ, ਉਹ ਡਾਂਗ ਝੁਕਾ ਦਿੰਦਾ, ਦੋਨਾਂ ਨੂੰ ਲੜਾ ਦਿੰਦਾ ਤੇ ਆਪ ਪਿੱਛੇ ਬਹਿ ਕੇ ਤਮਾਸ਼ਾ ਦੇਖਦਾ। ਔਰ ਉਹਨਾਂ ਦੀ ਲੜਾਈ ਕਰਵਾ ਕੇ ਤੇ ਉਹ ਖੁਸ਼ ਹੁੰਦਾ ਹੈ। ਇੱਦਾਂ ਦੇ ਵੀ ਬਹੁਤ ਨੇ ਬਚ ਕੇ ਸਾਡੇ ਮੁਖ ਦੇ ਕਹਿਣਗੇ ਬਹੁਤ ਤੁਸੀਂ ਚੰਗੇ ਹੋ, ਇੱਦਾਂ ਕਹਿ ਕਹੋਗੇ ਤੇ ਦੂਸਰੇ ਬੰਦੇ ਦੇ ਨਾਲ ਉਹ ਝਗੜਾ ਕਰਵਾ ਦਿੰਦੇ ਹਨ। ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਿਲਕੁਲ ਗਲਤ ਹਨ।
ਸੋ ਇਸ ਕਰਕੇ ਭਗਤ ਤੇ ਰੱਬ ਦੇ ਪਿਆਰੇ ਉਹ ਇਸ ਤਰ੍ਹਾਂ ਦੇ ਨਹੀਂ ਹੁੰਦੇ, ਇਸ ਤਰ੍ਹਾਂ ਦੇ ਨਹੀਂ ਹੁੰਦੇ। ਤੇ ਜਿਹੜਾ ਉਹਨਾਂ ਦੇ ਨਾਲ ਗਲਤ ਤਰੀਕੇ ਦੇ ਨਾਲ ਪੇਸ਼ ਹੁੰਦਾ, ਮਹਾਰਾਜ ਜੀ ਕਹਿੰਦੇ ਉਹ ਕੁਝ ਵੀ ਨਹੀਂ ਕਹਿੰਦੇ ਕਿਸੇ ਨੂੰ। ਧਿਆਨ ਦੇਣਾ, ਇੱਥੋਂ ਤੱਕ ਕਿ ਉਹ ਅੰਦਰੋਂ ਕਦੀ ਮਾੜੀ ਭਾਵਨਾ ਦੇ ਨਾਲ ਕੁਝ ਬੋਲਦੇ ਵੀ ਨਹੀਂ। ਹੁਣ ਸੌਖੀ ਉਦਾਹਰਨ ਦੇ ਦਿੰਦੇ, ਕਿਸੇ ਮਾਂ ਦੇ ਨਾਲ ਉਹਦਾ ਬੱਚਾ ਜਾਂਦਾ ਹੋਵੇ ਤੁਰਿਆ, ਉਸ ਬੱਚੇ ਨੂੰ ਕੋਈ ਗਾਲੀ ਕੱਢੇ ਜਾਂ ਉਹਦੇ ਮੂੰਹ ਤੇ ਚਪੇੜ ਮਾਰ ਦੇ, ਮਾਂ ਹੋਵੇ ਚਾਹੇ ਬਾਪ ਹੋਵੇ, ਕੀ ਉਹ ਰੁਕੇਗਾ? ਰੁਕ ਸਕਦਾ? ਕਿਸੇ ਦੇ ਨਾਲ ਕਿਸੇ ਦਾ ਛੋਟਾ ਜਿਹਾ ਬੱਚਾ ਤੁਰਿਆ ਹੋਵੇ, ਉਸ ਨੂੰ ਕੋਈ ਚੋਟ ਪਹੁੰਚਾਵੇ, ਉਸ ਦੀ ਕੋਈ ਚਪੇੜ ਮਾਰੇ, ਉਸ ਨੂੰ ਕੋਈ ਗਾਲੀ ਕੱਢੇ, ਉਹ ਆਪਣਾ ਜਿੱਥੇ ਜਾਣਾ ਉਹ ਕੰਮ ਨੂੰ ਵਿੱਚ ਹੀ ਛੱਡ ਕੇ ਤੇ ਉਹਦੇ ਨਾਲ ਝਗੜਾ ਤੱਕ ਕਰ ਲੈਣਗੇ। ਤੇਰੀ ਹਿੰਮਤ ਕਿਵੇਂ ਹੋਈ ਸਾਡੇ ਬੱਚੇ ਨੂੰ ਇੰਜ ਬੋਲਣ ਦੀ ਜਾਂ ਕੁਛ ਕਹਿਣ ਦੀ? ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਹਰੀ ਦੇ ਪੁੱਤਰ ਹੁੰਦੇ ਨੇ, ਹਰੀ ਦੀਆਂ ਧੀਆਂ ਹੁੰਦੀਆਂ ਹਨ। ਤੇ ਜਿਹੜਾ ਜਦੋਂ ਕੋਈ ਉਹਨਾਂ ਨੂੰ ਕੁਛ ਕਹਿੰਦਾ ਹੈ ਤਾਂ ਫਿਰ ਉਹ ਪਰਮਾਤਮਾ ਕਦੀ ਬਰਦਾਸ਼ਤ ਨਹੀਂ ਕਰਦਾ। ਉਹ ਫਿਰ ਕਹਿੰਦਾ ਤੂੰ ਕਹੇ ਤਾਂ ਧਰਤੀ ਕੌਡੀ ਕਰੋ, ਤੂੰ ਦੱਸ ਨਾਮਿਆ, ਤੂੰ ਦੱਸ। ਇਹ ਲੋਕ ਤੈਨੂੰ ਨੀਵੀਂ ਜਾਤ ਦਾ ਕਹਿ ਕੇ ਇੱਦਾਂ ਕਹਿੰਦੇ ਨੇ, ਤੂੰ ਦੱਸ ਕੀ ਕਰਾਂ? ਇਸ ਤਰ੍ਹਾਂ ਕਰਦੇ ਆ। ਉਹ ਕਹਿੰਦੇ ਨਹੀਂ, ਨਹੀਂ ਕੁਛ ਕਰਨਾ। ਪਤਾ ਕਿਉਂ? ਕਿਸੇ ਕੁਕਰਮੀ ਨੂੰ ਮਾਰਨ ਦੇ ਲਈ, ਕਿਸੇ ਪਾਪੀ ਨੂੰ ਮਾਰਨ ਦੇ ਲਈ ਕਿਸੇ ਵੀ ਹਥਿਆਰ ਦੀ ਜ਼ਰੂਰਤ ਨਹੀਂ। ਉਹਦਾ ਪਾਪ ਨੂੰ ਖਤਮ ਕਰੇਗਾ, ਉਹਦਾ ਮਾੜਾ ਸੁਭਾਅ ਨੂੰ ਖਾਕ ਕਰੇਗਾ। ਇਹ ਸੱਚ ਹੈ, ਕਿਉਂਕਿ ਉਸਨੇ ਆਪਣਾ ਮਾੜਾ ਸੁਭਾਅ ਤਿਆਗਣਾ ਨਹੀਂ, ਤੇ ਉਸ ਮਾੜੇ ਸੁਭਾਅ ਨੇ ਇੱਕ ਦਿਨ ਉਸ ਦਾ ਨੁਕਸਾਨ ਕਰਨਾ ਹੀ ਕਰਨਾ। ਇਸ ਕਰਕੇ ਰੱਬ ਦੇ ਪਿਆਰੇ ਕਿਸੇ ਨੂੰ ਕੁਝ ਕਹਿੰਦੇ ਨਹੀਂ ਤੇ ਉਹਨਾਂ ਦਾ ਆਪਣੇ ਆਪ ਹੀ ਨਵੇੜਾ ਜਾਂ ਨਿਆਂ ਹੋ ਜਾਂਦਾ। ਸੋ ਬੜੀਆਂ ਪਿਆਰੀਆਂ ਪੰਕਤੀਆਂ ਚੱਲ ਰਹੀਆਂ ਹਨ। ਸੁਖ ਨਾ ਪਾਇਨ ਮੁਗਧ ਨਰ, ਸੰਤ ਨਾਲ ਕਹੰਦੇ। ਓਏ ਲੋਚਨ ਉਹਨਾਂ ਗੁਣੇ ਨੂੰ, ਓਏ ਹੰਕਾਰ ਸੜੰਦੇ। ਮਹਾਰਾਜ ਜੀ ਕਹਿੰਦੇ ਜਿਹੜੇ ਦੁਖੀ ਨੇ ਉਹ ਹਮੇਸ਼ਾ ਸੜਦੇ ਰਹਿੰਦੇ ਨੇ, ਤੇ ਜਿਹੜੇ ਸੰਤ ਜਨ ਨੇ, ਰੱਬ ਦੇ ਪਿਆਰੇ ਨੇ, ਗੁਰਮੁਖ ਨੇ, ਉਹ ਗੁਣਾਂ ਨੂੰ ਤਰਸਦੇ ਨੇ। ਧਿਆਨ ਦੇਣਾ, ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਤੇ ਗੁਣਾਂ ਦੀ ਸਾਂਝ ਕਰਦੇ ਨੇ। ਉਹ ਕਈ ਵਾਰ ਨਾ ਦੂਸਰੇ ਨੂੰ ਆਪਣਾ ਸੱਜਣ ਬਣਾਉਂਦਾ, ਤੇ ਉਹ ਜਿਹੜਾ ਸੇਠ ਜਿਹੜਾ ਸਵੇਰੇ ਦੁਕਾਨ ਖੋਲ੍ਹਦਾ, ਸ਼ਾਮ ਤੱਕ ਗੱਲੇ ਤੇ ਬੈਠਾ ਰਹਿੰਦਾ, ਨੌਕਰ ਕੰਮ ਕਰਦੇ ਨੇ, ਤੇ ਭਗਤ ਜੀ ਲੰਘਦੇ ਲੰਘਦੇ ਕਹਿੰਦੇ ਸੇਠ ਜੀ ਰਾਮ ਰਾਮ। ਹਾਂਜੀ ਰਾਮ ਰਾਮ, ਦੱਸੋ ਕੀ ਚਾਹੀਦਾ? ਕਹਿੰਦੇ ਜੀ ਚਾਹੀਦਾ ਤੇ ਕੁਛ ਨਹੀਂ, ਮੈਂ ਕਹਿਣਾ ਵੀ ਰਾਮ ਦਾ ਨਾਮ ਵੀ ਸੇਠ ਜੀ ਲਿਆ ਕਰੋ। ਸੇਠ ਜੀ ਕਹਿੰਦੇ ਕੰਮ ਕਰ ਆਪਣਾ ਵੇਲੜਾ, ਕੰਮ ਕਰੇ ਆਪਣਾ। ਧਿਆਨ ਦੇਣਾ, ਕਿਸੇ ਨੂੰ ਘਾਹ ਦੀ ਕੋਈ ਪੰਡ ਚੁਕਾ ਦੇ, ਉਹ ਤੇ ਕਹਿੰਦਾ ਜੀ ਤੇਰਾ ਧੰਨਵਾਦ। ਕਿਸੇ ਨੂੰ ਗੱਡੀ ਤੇ 6 ਕਿਲੋਮੀਟਰ ਤੇ ਛੱਡਿਆ, ਉਹ ਤੇ ਕਹਿੰਦਾ ਥੈਂਕ ਯੂ। ਤੇ ਜੇ ਕਿਸੇ ਨੂੰ ਕੋਈ ਅਕਲ ਦੀ ਗੱਲ ਕਹੇ, ਉਹ ਕਹਿੰਦਾ ਚੱਲ ਚੱਲ। ਜੇ ਕਿਸੇ ਨੂੰ ਕੋਈ ਸਿੱਧੇ ਰਸਤੇ ਪਾਵੇ, ਉਹ ਥੈਂਕ ਯੂ ਵੀ ਨਹੀਂ ਕਹਿੰਦਾ। ਸੋ ਮਹਾਰਾਜ ਜੀ ਕਹਿੰਦੇ ਚਲੋ ਖੈਰ ਉਹਦੇ ਵਿਸ਼ਾ ਲੱਗ ਗਿਆ, ਜਿਹੜੇ ਨਹੀਂ ਕਹਿੰਦੇ ਉਹਨਾਂ ਦੀ ਆਪਣੀ ਸੋਚ ਹੈ। ਭਗਤ ਕਬੀਰ ਜੀ ਕਹਿੰਦੇ ਸੇਠ ਜੀ ਰਾਮ ਰਾਮ ਕਰਿਆ ਕਰੋ। ਸੇਠ ਕਹਿੰਦਾ ਵੀ ਇਹ ਬੰਦਾ ਜਿਹੜਾ ਨੌਕਰਾਂ ਨੂੰ ਕਹਿੰਦਾ ਇਹਨੇ ਲੈਣਾ ਦੇਣਾ ਕੱਖ ਨਹੀਂ, ਇਹਨੂੰ ਪਰੇ ਕਰਕੇ ਆਓ, ਦੂਰ ਛੱਡ ਕੇ ਆਓ। ਕਹਿੰਦੇ ਚੱਲ ਇੱਥੋਂ। ਭਗਤ ਕਬੀਰ ਜੀ ਵਾਰ-ਵਾਰ ਲੰਘਦੇ ਨੇ ਤੇ ਫਿਰ ਆ ਕੇ ਖਲੋ ਕੇ ਕਹਿੰਦੇ ਨੇ ਸੇਠ ਜੀ ਰਾਮ ਰਾਮ ਕਰਿਆ ਕਰੋ। ਸੇਠ ਕਹਿੰਦਾ ਵੀ ਇਹ ਰੋਜ਼ ਆ ਜਾਂਦਾ, ਇਹ ਮੁੜਦਾ ਨਹੀਂ, ਇਹਨੂੰ ਮਾਰੋ ਧੱਕੇ, ਇਹਨੂੰ ਧੱਕੇ ਮਾਰ ਕੇ ਭਜਾਓ। ਕਬੀਰ ਜੀ ਨੂੰ ਮਾਰਦੇ ਨੇ ਧੱਕੇ, ਤੇ ਕਬੀਰ ਜੀ ਫਿਰ ਵੀ ਗੁੱਸੇ ਨਹੀਂ ਹੁੰਦੇ। ਓਏ ਲੋਚਨ ਉਹਨਾਂ ਗੁਣੇ ਨੂੰ, ਉਹਨਾਂ ਦੇ ਅੰਦਰ ਗੁਣ ਹੈ, ਤੇ ਉਹ ਕਹਿੰਦੇ ਵੀ ਦੂਜੇ ਵਿੱਚ ਵੀ ਗੁਣ ਪ੍ਰਗਟ ਹੋਵੇ। ਉਹ ਕਹਿੰਦੇ ਜੇ ਅਸੀਂ ਰੱਬ ਨਾਲ ਜੁੜੇ ਹਾਂ ਤੇ ਵੀ ਰੱਬ ਨਾਲ ਜੁੜ ਜਾਏ। ਜੇ ਅਸੀਂ ਚੰਗੇ ਰਾਹ ਪਏ ਹੋਏ ਹਾਂ, ਕਿਉਂਕਿ ਮਹਾਰਾਜ ਜੀ ਕਹਿੰਦੇ ਪਰਉਪਕਾਰੀ ਸੁਭਾਅ ਹੁੰਦਾ ਹੈ ਸਤਿਪੁਰਖਾਂ ਦਾ, ਗੁਰਮੁਖ ਪਿਆਰਿਆਂ ਦਾ।
ਉਹ ਹਮੇਸ਼ਾ ਆਪਣੀ ਚੰਗੀ ਸਲਾਹ ਦੇਣਗੇ, ਕੋਈ ਨਾ ਲਵੇ ਤੇ ਉਹਨਾਂ ਦੀ ਆਪਣੀ ਮਰਜ਼ੀ ਹੈ। ਸੋ ਜਦੋਂ ਉਹ ਤੀਜੀ ਵਾਰ ਭਗਤ ਕਬੀਰ ਜੀ ਆ ਕੇ ਕਹਿੰਦੇ ਨੇ, ਸੇਠ ਜੀ ਰਾਮ ਰਾਮ ਕਰਿਆ ਕਰੋ। ਸੇਠ ਕਹਿੰਦਾ ਇਹ ਤੁਹਾਡੇ ਕਾਬੂ ਨਹੀਂ ਆਉਂਦਾ ਇਹ ਬੰਦਾ, ਇਹਨੂੰ ਅੱਜ ਨਾ ਇਹਨੂੰ ਮਾਰ ਚਾੜੋ, ਮਤਲਬ ਇਹਨੂੰ ਕੁੱਟੋ, ਇਹਨੂੰ ਇੰਨਾ ਕੁੱਟੋ ਕਿ ਮੁੜ ਕੇ ਕੱਲ ਨੂੰ ਇੱਥੇ ਆਉਣ ਜੋਗਾ ਨਾ ਰਹੇ। ਸੁਖ ਨਾ ਪਾਏ ਨਾ ਮੁਗਧ ਨਰ ਸੰਤ ਨਾਲ ਕਹਾਂਦੇ। ਕਹਿੰਦੇ ਕਬੀਰ ਜੀ ਨੂੰ ਇਸੇ ਤਰ੍ਹਾਂ ਹੀ ਮੁੱਕੇ ਘਸੁੰਨ ਮਾਰੇ ਤੇ ਕੁੱਟ ਕੇ ਤੇ ਭਜਾ ਦਿੱਤਾ। ਸੋ ਫਿਰ ਭਗਤ ਜੀ ਉਚਾਰਨ ਕਰਦੇ ਨੇ ਮੁਖ ਤੋਂ, ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ, ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਕੁਹਾੜਾ ਜੜ ਨੂੰ ਵੱਢ ਦਿੰਦਾ, ਕੁਹਾੜਾ ਜੜ ਨੂੰ ਵੱਢ ਦਿੰਦਾ। ਇਸ ਕਰਕੇ बड़े प्रेम से सबको मिलना, बड़े प्रेम से सबको मिलना, मत भूलो इंसान रे, क्या जानो किस वेश में आकल मिल जाए भगवान रे। और धारे जो अंतर नाम सर्व में पेखे भगवान। इस करके की पता रब किहड़े रंग विच तुरिया होया, जां ते किसे कोल अखियां होण पछाणन दियां तां ते गल होवे। इस करके पहचानन दी अख नहीं ते की पता लगना भी किहड़ा रब कदों कित्थे प्रगट हो के साडे कोलों लंघ जाए, नहीं पता लगना। कबीर जी कहंदे बई साडा कुछ नहीं बिगड़ना, तुहाडा जन्म खराब होना, सो खराब होना। सो कबीर जी चले जाते ने, उन्होंने काम ते होका देना है। सौदा किसी ने खरीदना ना खरीदना ओदी अपनी मर्जी है। ओए लोचन उन्होंने गुणे नूं, ओए अहंकार सड़ंदे, ओए विचारे क्या करे है जां भाग धुर मंदे। महाराज जी कहते की किया जाए जिहदे भाग ही ना चंगे होण, जिहदे कर्म ही ना चंगे होण, उन्होंने किसी की नसीहत भी जिहड़ी है वो दुखदाई लगती है। ਉਹ ਕਹਿੰਦਾ ਇਸ ਤਰ੍ਹਾਂ ਵੀ ਗਲਤ ਸ਼ਬਦ ਵੀ ਯੂਜ਼ ਕਰ ਲੈਂਦਾ ਵੀ ਮੇਰੇ ਨਾਲ ਫालतू ਨਾਲ ਬੋਲ, ਹੋਰ ਵੀ ਕੁਝ ਨਾਲ ਕਹਿ ਦਿੰਦਾ, ਤੂੰ ਜਾ ਆਪਣਾ ਕੰਮ ਕਰ। ਕਿਸੇ ਦਾ ਝਗੜਾ ਹਟਾਉਣ ਜਾਓ ਨਾ, ਉਹ ਕਈ ਵਾਰ ਬੜਾ ਅਪਸ਼ਬਦ ਬੋਲ ਦਿੰਦਾ, ਝਗੜਾ ਹਟਾਉਣ ਵਾਲਿਆਂ ਨੂੰ ਕਹਿੰਦਾ ਤੂੰ ਜਾ ਆਪਣੇ ਘਰ ਕੰਮ ਕਰ, ਤੇ ਉਹਦੀ ਕੋਈ ਗੱਲ ਨੂੰ ਸੁਣਾ ਦਿੰਦਾ। ਸੋ भगत कबीर जी जिहड़े ने वो तो उपदेश दिंदे ने सच दा, क्योंकि दयालु हुंदे ने। जन पारी उपकारी आए उन्होंने जोड़न दा ही काम करना है, चाहे कोई उन्होंने बुरा कहे। जोड़न वालियां नूं अज तक किसी ने चंगा आखिया। साडी शुरुआत हुई बाबे नानक तो। तुसी कोई भी चंगा काम कर लो, कोई भी मैं कर ला, तुसी कर लो, कोई भी कर लो, ये कदी भी आस ना रखियो तुहानू कोई चंगा कहेगा। पहला मन के चलो, सब तो पहला बुरा कहणगे। तुसी अज कोई चंगा काम करन लगो, तुहानू कहणगे लै वड्डा भगत बनिया फिरदा, सेवा करदा, ऐदां कहणगे लोग। ये चीज़ पहला मननी है भी लोगों ने सानू बुरा आखना ही आखना है, क्योंकि विधान है, विधि है। चंगा करन वालियां नू दुनिया ने हमेशा तत्तियां तवियां ते बिठाया, आरियां नाल चीरिया, कुराइया क्या, डंडे लैके भजे, पत्थर लैके भजे गुरु नानक पातशाह जी दे पिछे पिछे। और गुरु महाराज जी नू किसी नू 4 लड़ाइयां, किसी नू 14 करनियां पईयां। क्यों? वो किसी नू कोई जबरदस्ती कोई करदे सी, किसी दा राज अपने विच मिलाउंदे सी। गुरु गोबिंद सिंह महाराज ਉਹਦੇ सच का प्रचार करते सी। इस करके जिहड़ा सच बोलदा है ना, ਉਹਦੇ संगी साथी घट हुंदे ने, पर जिन्ने हुंदे ने कमाल दे हुंदे ने। गुरु गोबिंद सिंह जां गुरु नानक पातशाह तो जिन्नियां पातशाहियां ने, उन्हां दे कोल बहुती भीड़ नहीं सी, पर जिन्ने भी सन 1.25 लाख से एक लड़ाऊं ऐदां दे सी। उन्हां दे अगे कोई टिकदा नहीं सी, उन्हां दे कोल बहुतियां लखां दी सेना नहीं सी, पर जिन्ने सन ना वो है बहुत कमाल दे सन।
ਸੋ ਭਗਤ ਕਬੀਰ ਜੀ ਕਹਿੰਦੇ ਨਹੀਂ, ਤੁਸੀਂ ਜਪਣਾ ਤੇ ਭਾਈ ਤੁਹਾਡੀ ਮਰਜ਼ੀ, ਇੱਕ ਦਿਨ ਨਾ ਫਿਰ ਐਸਾ ਆਏਗਾ ਤੁਹਾਨੂੰ ਕਿਸੇ ਨੇ ਜਪਣ ਨੂੰ ਕਹਿਣਾ ਹੀ ਨਹੀਂ। ਜਦੋਂ ਤੁਸੀਂ ਖੁੰਡੇ ਦੇ ਨਾਲ ਜਾਂ ਕਿੱਲੇ ਦੇ ਨਾਲ ਵੱਜੇ ਹੋਣਾ ਨਾ, 4 ਪਾਂਵ ਮਤਲਬ 4 ਤੁਹਾਡੇ ਪੈਰ ਬਣਨੇ ਨੇ, ਅੱਜ ਤੇ 2 ਹੈ ਨਾ, ਫਿਰ ਪਤਾ ਨਹੀਂ 4 ਬਣਨੇ ਕਿ ਕਿੰਨੇ ਬਣਨੇ। 4 ਪਾਂਵ 2 ਸਿੰਘ, 2 ਤੇਰੇ ਸਿੰਘ ਹੋਣੇ ਨੇ। ਗੁੰਗ ਮੁਖ, ਹੋ ਸਕਦਾ ਘਰ ਦਾ ਜੀ ਘਰ ਵਿੱਚ ਡੰਗਰ ਬਣ ਕੇ ਆ ਜੇ ਤੇ ਉਹ ਕੀ ਸਮਝਾਵੇਗਾ ਵੀ ਇਹ ਇਦਾਂ ਸਭ ਕੁਝ ਹੁੰਦਾ। 4 ਪਾਂਵ 2 ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਘਰ ਵਿੱਚ ਜਿਹੜਾ ਡੰਗਰ ਹਵੇਲੀ 'ਚ ਬੰਨਿਆ ਉਹਨੂੰ ਕਹਿ ਨਾਮ ਜਪ, ਉਹ ਅੜੰਗੇਗਾ ਪਾਣੀ ਤੇ ਪੱਠਿਆਂ ਦੇ ਲਈ, ਨਾਮ ਨਹੀਂ ਜਪ ਸਕਦਾ। ਗੁੰਗ ਮੁਖ ਭਗਤ ਜੀ ਕਹਿੰਦੇ ਤਬ ਕੈਸੇ ਗੁਣ ਗਈ ਹੈ। ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂਡ ਲੁਕਈਏ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਜਦੋਂ ਉਹਨੂੰ ਉਠਾਇਆ ਜਾਂਦਾ ਹੈ ਨਾ, ਪਸ਼ੂ ਉੱਠਦਾ ਨਹੀਂ ਇੱਕ ਵਾਰੀ, ਜਾਂ ਕੋਈ ਠੁੱਡਾ ਮਾਰਦਾ ਜਾਂ ਕੋਈ ਲਾਠੀ ਡੰਡਾ ਪ੍ਰਾਣੀ ਮਾਰਦਾ, ਫਿਰ ਉੱਠਦਾ। ਉਠਤ ਬੈਠਤ ਠੇਂਗਾ ਪਰ ਹੀ ਤਬ ਕਦ ਮੂੜ ਲਗਈਏ। ਫਿਰ ਤੁਸੀਂ ਕਈ ਪਸ਼ੂ ਦੇਖੋ ਰੋਂਦੇ ਨੇ, ਅੱਖਾਂ ਵਿੱਚੋਂ ਅਥਰੂ ਵਗਦੇ ਨੇ, ਕੀ ਕੀਤਾ ਜਾਏ। ਜਦ ਤੇਰੇ ਕੋਲ ਜੀਵਨ ਸੀ, ਜਰਾ ਜੀਵਨ ਜੋਬਨ ਗਿਆ, ਕਿਛ ਕੀਆ ਨਾ ਨਿਕਾ, ਇਹ ਜੀਰਾ ਨਿਰਮੋਲ ਕੋ ਕੌਡੀ ਲਗ ਮਿਗਾ। ਜਦੋਂ ਤੇਰੇ ਕੋਲ ਸਭ ਕੁਝ ਸੀ ਉਦੋਂ ਤੂੰ ਲੋਕਾਂ ਨੂੰ ਮਖੌਲ ਕਰਦਾ ਸੀ, ਤੇ ਜਦੋਂ ਹੁਣ ਤੇਰਾ ਮਖੌਲ ਹੋਣ ਲੱਗਾ ਤੇ ਹੁਣ ਅੱਖਾਂ ਚੋਂ ਅਥਰੂ ਵਹਾਉਣਾ। ਤੁਸੀਂ ਦੇਖਣਾ ਨੌਜਵਾਨ ਬਜ਼ੁਰਗਾਂ ਨੂੰ ਕਈ ਵਾਰੀ ਮਖੌਲ ਵੀ ਕਰਕੇ ਹੱਸਦੇ ਨੇ ਅਕਸਰ, ਪਰ ਜਦ ਆਪ ਬੁੱਢੇ ਹੋਣਾ ਨਾ ਪਤਾ ਫੇਰ ਲੱਗਣਾ। ਇਸ ਕਰਕੇ ਮੈਂ ਸ਼ੁਰੂ 'ਚ ਬੇਨਤੀ ਕੀਤੀ, ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ। ਸਮੇਂ ਨੇ ਸਾਨੂੰ ਬਚਪਨ ਦਿਖਾਇਆ, ਸਮੇਂ ਨੇ ਸਾਨੂੰ ਜੋਬਨ ਦੇ ਸੁੱਖ ਦਿੱਤੇ, ਤੇ ਸਮਾਂ ਹੁਣ ਸਾਨੂੰ ਬੁਢਾਪੇ ਵੱਲ ਲੈ ਕੇ ਗਿਆ, ਤੇ ਸਮੇਂ ਨੇ ਸਾਨੂੰ ਬੁਢਾਪੇ ਤੋਂ ਇੱਕ ਦਿਨ ਸ਼ਮਸ਼ਾਨ ਕਬਰ ਦੇ ਵਿੱਚ ਪਾਉਣਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹ ਕੀ ਕਰਨਗੇ ਕੌਣ, ਓਏ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ। ਧਿਆਨ ਦੇਣਾ, ਕਿਸੇ ਨੂੰ ਆਖੋ ਚੱਲ ਚਲੀਏ ਗੁਰਦੁਆਰੇ, ਤੂੰ ਹੀ ਜਾਇਆ, ਮੇਰਾ ਵੀ ਮੱਥਾ ਟੇਕ ਦਈ। ਤੇ ਜੇ ਕਿਸੇ ਨੂੰ ਕਹੋ ਨਾ, ਧਿਆਨ ਦੇਣਾ, ਰੈਲੀ ਤੇ ਚਲੀਏ ਜਾਂ ਕਣਕ ਆਈ ਹੈ ਨਾ, ਫਿਰ ਨਾ ਉੱਥੇ ਇੱਕ ਦੂਜੇ ਉੱਤੇ ਡਿੱਗਦੇ ਨਜ਼ਰ ਆਉਂਦੇ ਨੇ, ਉੱਥੇ ਪਤਾ ਨਹੀਂ ਕਿਵੇਂ ਪਹੁੰਚ ਜਾਂਦਾ ਬੰਦਾ। ਜੇ ਪਤਾ ਹੋਇਆ ਨਾ 6 ਮਹੀਨੇ ਦੀ ਇਕੱਠੀ ਪੈਨਸ਼ਨ ਆਈ ਹੈ, ਧਿਆਨ ਦੇਣਾ ਸੱਚੀ ਗੱਲ ਹੈ, 6 ਮਹੀਨੇ ਦੀ ਇਕੱਠੀ ਪੈਨਸ਼ਨ ਆਈ ਹੈ, ਤੇ ਫਿਰ ਉੱਥੇ ਝਗੜਨ ਨੂੰ ਵੀ ਤਿਆਰ ਹੈ। ਕੋਈ ਇੱਕ ਬੰਦਾ ਵੀ ਲਾਈਨ ਵਿੱਚ ਅੱਗੇ ਲੱਗ ਜਾਏ ਤੇ ਬਰਦਾਸ਼ਤ ਨਹੀਂ ਕਰਦਾ। ਪਰ ਜੇ ਆਖਿਆ ਜਾਏ ਵੀ ਚੱਲ ਭਾਈ ਅੱਜ ਮੱਥਾ ਹੀ ਟੇਕਿਆ, ਤੁਸੀਂ ਜਾਇਓ ਮੈਂ ਨਹੀਂ ਜਾਣਾ, ਚੱਲ ਚਲੀਏ ਸਤਸੰਗ ਤੇ ਤੁਸੀਂ ਜਾਇਓ ਮੈਂ ਨਹੀਂ ਜਾਣਾ। ਪਤਾ ਕਿਉਂ? ਬਾਣੀ ਵਿੱਚ ਸਾਫ਼ ਸਾਫ਼ ਕੀਤਾ, ਬੁਰੇ ਕੰਮ ਕੋ ਊਠ ਖਲੋਇਆ, ਨਾਮ ਕੀ ਬਿੱਲਾ ਪੈ ਪੈ ਸੋਇਆ। ਖਾਣ ਪੀਣ ਦਾ ਜਿੱਥੇ ਪ੍ਰੋਗਰਾਮ ਹੋਵੇ ਉੱਥੇ ਬੰਦਾ ਚੱਲ ਜਾਂਦਾ ਹੈ। ਧਿਆਨ ਦੇਣਾ, ਜਿੱਥੇ ਪਕੌੜਿਆਂ ਪਕਾੜਿਆਂ ਦੇ ਲੰਗਰ ਚੱਲਦੇ ਹੋਣ, ਜਲੇਬੀਆਂ ਦੇ ਲੰਗਰ ਚੱਲਦੇ ਹੋਣ, ਬੰਦਾ ਕਹਿੰਦਾ ਚੱਲ ਵੀ ਉੱਥੇ ਚਲੀਏ। ਕਹਿੰਦਾ ਉੱਥੇ ਤੇ 6 ਤਰ੍ਹਾਂ ਦੀਆਂ ਚੀਜ਼ਾਂ ਬਣੀਆਂ ਸੀ। ਇਹਨੂੰ ਇਹ ਪਤਾ ਹੀ ਨਹੀਂ ਵੀ ਜਿੱਥੇ ਨਾਮ ਕੀਰਤਨ ਕਥਾ ਦਾ ਭੋਜਨ ਸੀ, ਓਏ ਉਹਨੇ ਤੈਨੂੰ ਜੀਵਨ ਦੇਣਾ ਸੀ। ਇਹ ਜਲੇਬੀਆਂ ਤੇ ਪਕੌੜਿਆਂ ਨੂੰ ਦੇਖ ਦੇਖ ਕੇ ਬੁੱਢਾ ਹੋ ਗਿਆ, ਗੁਸਤਾਖੀ ਮਾਫ। ਇਹ ਜਲੇਬੀਆਂ ਤੇ ਪਕੌੜਿਆਂ ਪਿੱਛੇ ਉਸ ਗੁਰਦੁਆਰੇ ਜਲੇਬੀਆਂ ਮਿਲਦੀਆਂ, ਉਸ ਗੁਰਦੁਆਰੇ ਖੀਰ ਮਿਲਦੀ। ਉਹ ਜਿਹੜਾ ਨਾਮ ਦਾ ਭੋਜਨ ਮਿਲਦਾ ਹੈ, ਜਿਹਨੇ ਰਸਤਾ ਦੇਖਣਾ ਦੱਸਣਾ ਹੈ, ਉਹ ਕਦੀ ਸੋਚਿਆ ਵੀ ਉਹ ਕਿੱਥੋਂ ਮਿਲਦਾ ਹੈ? ਉਹ ਖਾ ਖਾ ਕੇ ਤੇ ਸਰੀਰ ਰੋਗੀ ਹੋ ਚੁੱਕੇ ਨੇ ਸਾਡੇ। ਹੁਣ ਉਹ ਚੀਜ਼ ਖਾ ਜਿਹਦੇ ਨਾਲ ਰੋਗ ਜਾਵੇ। ਖਾ ਖਾ ਕੇ ਦੇਖ ਲਿਆ, ਕਿਹੜੀ ਚੀਜ਼ ਨਹੀਂ ਖਾਧੀ ਜੀ, ਸਭ ਖਾ ਚੁੱਕੇ ਆ। ਤੇ ਹੁਣ ਇਹ ਚੀਜ਼ਾਂ ਦੀ ਜਗ੍ਹਾ ਉਹ ਚੀਜ਼ ਸਰਬ ਰੋਗ ਕਾ ਔਖਦ ਨਾਮ, ਹੁਣ ਉਹ ਚੀਜ਼ ਖਾਧੀ ਜਾਏ ਜਿੰਨੇ ਸਾਨੂੰ ਸਹੀ ਰੱਖਣਾ, ਤਨ ਨੂੰ ਵੀ ਤੇ ਮਨ ਨੂੰ ਵੀ। ਗਲਤੀਆਂ ਹੋ ਗਈਆਂ ਛੱਡ ਪਰਾਂ,
ਭੂਤ ਕਾਲ ਵਿੱਚ ਜੀਣਾ ਸਾਨੂੰ ਨਹੀਂ ਸਿਖਾਇਆ, ਸਾਨੂੰ ਵਰਤਮਾਨ ਵਿੱਚ ਬਾਣੀ ਨੇ ਜਿਉਣਾ ਸਿਖਾਇਆ। ਇਸ ਕਰਕੇ ਮਹਾਰਾਜ ਜੀ ਕਹਿੰਦੇ ਤੂੰ ਉਸ ਭੋਜਨ ਦੀ ਗੱਲ ਕਰ ਜਿਸ ਨੇ ਤੈਨੂੰ ਜੀਵਨ ਤੇ ਮੁਕਤੀ ਦੇਣੀ ਹੈ। ਸੱਚ ਨਾ ਮੁੱਗੀ ਲਾਗੇ ਭੂਖ, ਇਹ ਦੇਖਿਆ ਕਰ ਕਿੱਥੋਂ ਸੱਚ ਮਿਲਦਾ, ਕਿੱਥੋਂ ਸਹੀ ਰਸਤਾ ਮਿਲਦਾ। ਇਹ ਨਾ ਦੇਖਿਆ ਕਰ ਵੀ ਉੱਥੇ ਐਡਾ ਵੱਡਾ, ਨਾ ਵੱਡੇ ਗੁਰਦੁਆਰਿਆਂ ਦੀ ਗੱਲ, ਨਾ ਜ਼ਿਆਦੀ ਸੰਗਤ ਦੀ ਗੱਲ, ਗੱਲ ਤੇ ਪ੍ਰੇਮੀਆਂ ਦੀ ਹੈ, ਪ੍ਰੇਮੀਆਂ ਦੀ। ਪ੍ਰੇਮੀ ਕਿੰਨੇ ਨੇ? ਭੀੜ ਦੀ ਗੱਲ ਨਹੀਂ, ਲੱਖਾਂ ਦੀ ਗੱਲ ਨਹੀਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਓਏ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਗਦੇ। ਕੀ ਕੀਤਾ ਜਾਏ ਜਿਹਦੇ ਭਾਗ ਹੀ ਖਰਾਬ ਹੋਣ? ਉਹਨੂੰ ਜਿੰਨੀ ਮਰਜ਼ੀ ਸਿੱਖਿਆ ਦੇ ਲਓ। ਤੇ ਮਹਾਰਾਜ ਜੀ ਕਹਿੰਦੇ ਇੱਕ ਵੀ ਸਿੱਖਿਆ ਉਸ ਤੇ ਕੰਮ ਨਹੀਂ ਕਰਨੀ, ਕਿਉਂਕਿ ਜਿਸ ਨੇ ਮੰਨਣਾ ਨਹੀਂ ਉਹਨੂੰ ਭਾਵੇਂ ਜਿਹੜਾ ਮਰਜ਼ੀ ਗ੍ਰੰਥ ਸੁਣਾ ਦਿਓ, ਜਿਹੜੀ ਮਰਜ਼ੀ ਬਾਣੀ ਸੁਣਾ ਦਿਓ, ਜਿਹੜੀ ਮਰਜ਼ੀ ਕਥਾ ਸੁਣਾ ਦਿਓ, ਜਦੋਂ ਉਹਨੇ ਮੰਨ ਹੀ ਲਿਆ ਵੀ ਮੈਂ ਮੰਨਣਾ ਹੀ ਨਹੀਂ, ਫਿਰ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਲਈ ਕਹਿ ਸਕਦੇ ਹਾਂ ਤੋ ਭਾਗ ਧੁਰ ਮੰਦੇ। ਉਹਨਾਂ ਦੇ ਭਾਗ ਮੰਦੇ ਨੇ, ਉਹਨਾਂ ਦੇ ਭਾਗ ਮੰਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਰੱਬ ਦਾ ਪਿਆਰਾ ਬਾਣੀ ਪੜ੍ਹਨ ਵਾਲਾ ਹੈ। ਜੇ ਉਹਨਾਂ ਦਾ ਟੱਬਰ ਉਸ ਤੋਂ ਕੁਝ ਸਿੱਖਦਾ ਨਹੀਂ, ਉਹਨਾਂ ਦੇ ਗੁਆਂਢੀ ਉਸ ਤੋਂ ਕੁਝ ਸਿੱਖਦੇ ਨਹੀਂ, ਉਹਦੇ ਸ਼ਰੀਕ ਉਸ ਤੋਂ ਕੁਝ ਸਿੱਖਦੇ ਨਹੀਂ, ਤੇ ਫਿਰ ਸਾਧ ਸੰਗਤ ਜੀ ਉਹਨਾਂ ਦੇ ਭਾਗ ਮੰਦੇ ਨੇ, ਉਹਨਾਂ ਦੇ ਭਾਗ ਚੰਗੇ ਨਹੀਂ। ਜੇ ਘਰ ਦੇ ਵਿੱਚ ਭਗਤ ਪੈਦਾ ਹੋ ਜਾਏ ਉਹਦੇ ਪਿੱਛੇ ਲੱਗਣਾ ਚਾਹੀਦਾ। ਧਿਆਨ ਦੇਣਾ, ਸ਼ਰਾਬੀ ਘਰ ਦੇ ਵਿੱਚ ਹੋਵੇ ਸਾਰੇ ਡਰਦੇ ਨੇ, ਤੇ ਜਿਹੜਾ ਭਗਤ ਹੈ ਉਹਨੂੰ ਸਾਰੇ ਡਰਾਉਂਦੇ ਨੇ। ਧਿਆਨ ਦੇਣਾ, ਇੱਦਾਂ ਦੀ ਦੁਨੀਆ ਦੀ ਗੱਲਬਾਤ ਹੈ। ਜਿਹੜਾ ਖੱਪ ਪਾਉਂਦਾ ਹੈ, ਤੰਗ ਕਰਦਾ ਹੈ, ਉਹਨੂੰ ਦੇਖ ਕੇ ਲੋਕੀ ਅੰਦਰ ਵੜ ਜਾਂਦੇ ਨੇ, ਤੇ ਜਿਹੜਾ ਭਗਤ ਹੈ ਰੱਬ ਦਾ ਪਿਆਰਾ ਚੰਗਾ ਹੁੰਦਾ ਹੈ ਉਹਨੂੰ ਸਤਾਉਂਦੇ ਨੇ, ਉਹਨੂੰ ਟੀਚਰ ਕਰਕੇ ਲੰਘਣਗੇ, ਉਹਨੂੰ ਮਖੌਲ ਕਰਕੇ ਲੰਘਣਗੇ। ਇਹ ਦੁਨੀਆ ਦਾ ਦਸਤੂਰ ਹੈ। ਤੇ ਮਹਾਰਾਜ ਜੀ ਕਹਿੰਦੇ ਫਿਰ ਅਗਲੀਆਂ ਪੰਕਤੀਆਂ ਵਿੱਚ ਇਹਦੇ ਪ੍ਰਤੀ ਹੀ ਵਿਚਾਰ ਆਇਆ, ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ, ਵੈਰ ਕਰੇ ਨਿਰਵੈਰ ਨਾਲ। ਉਹ ਵੈਰ ਕਰਦੇ ਨੇ ਕਿਹਨਾਂ ਦੇ ਨਾਲ? ਜਿਹੜੇ ਵਿਚਾਰੇ ਕਿਸੇ ਦਾ ਨਾ ਬੁਰਾ ਨਹੀਂ ਸੋਚਦੇ, ਉਹਦੇ ਨਾਲ ਵੈਰ ਕਰਦੇ ਨੇ। ਭੋਲੇ ਭਾਲਿਆਂ ਨਾਲ ਵੈਰ ਕਰਦੇ ਨੇ, ਕਿਉਂਕਿ ਪਤਾ ਵੀ ਦੂਜੇ ਨੂੰ ਕੋਈ ਗੱਲ ਕਹੀ ਤੇ ਉਹਨੇ ਤੇ ਮਿੰਟ ਨਹੀਂ ਲਾਉਣਾ, ਨਾਲ ਹੀ ਉਸਨੇ ਡੰਡਾ ਮਾਰ ਦੇਣਾ, ਉਹਨੂੰ ਨਹੀਂ ਕੁਝ ਕਹਿੰਦੇ। ਵੈਰ ਉਹਨਾਂ ਨਾਲ ਕਰਦੇ ਨੇ ਜਿਹੜੇ ਨਿਰਵੈਰ ਨੇ। ਵੈਰ ਕਰੇ ਨਿਰਵੈਰ ਨਾਲ, ਧਰਮ ਨਿਆਏ ਪਚੰਦੇ। ਫਿਰ ਪ੍ਰਮਾਤਮਾ ਜਦੋਂ ਨਿਆਂ ਕਰਦਾ ਤੇ ਉਹਨਾਂ ਨੂੰ ਦੁੱਖ ਹੋਏਗਾ। ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ। ਮਹਾਰਾਜ ਜੀ ਕਹਿੰਦੇ ਜਿਹੜੇ ਰੱਬ ਵੱਲੋਂ ਫਟਕਾਰੇ ਤੇ ਮਾਰੇ ਹੁੰਦੇ ਆ ਨਾ, ਉਹ ਕਿਸੇ ਦੇ ਸਕੇ ਨਹੀਂ ਹੁੰਦੇ। ਸੇ ਕਿਸੇ ਨਾ ਸੰਦੇ, ਸੰਦੇ ਦਾ ਮਤਲਬ ਸਕੇ। ਜਿਹੜੇ ਪ੍ਰਮਾਤਮਾ ਵੱਲੋਂ ਫਟਕਾਰੇ ਹੁੰਦੇ ਨੇ, ਫਟਕਾਰੇ ਦਾ ਮਤਲਬ ਜਿਹੜੇ ਪ੍ਰਮਾਤਮਾ ਦੇ ਨਾਲ ਜੁੜੇ ਹੀ ਨਹੀਂ, ਉਹ ਫਟਕਾਰੇ ਹੀ ਨੇ। ਤੇ ਮਹਾਰਾਜ ਜੀ ਕਹਿੰਦੇ ਉਹ ਕਿਸੇ ਦੇ ਸਕੇ ਨਹੀਂ ਹੁੰਦੇ। ਜਿਹੜਾ ਰੱਬ ਦਾ ਨਹੀਂ ਬਣਿਆ ਉਹ ਕਿਸੇ ਦਾ ਕਿੱਦਾਂ ਬਣ ਸਕਦਾ ਹੈ ਜੀ? ਅਸੀਂ ਸੋਚਦੇ ਹਾਂ ਵੀ ਉਹ ਮੇਰਾ ਨਹੀਂ ਬਣਿਆ। ਉਹ ਸੋਚ ਕੇ ਦੇਖੀਏ, ਉਹ ਰੱਬ ਜਿਸ ਨੇ ਉਸ ਨੂੰ ਪੈਦਾ ਕੀਤਾ, ਇੰਨਾ ਕੁਛ ਦਿੱਤਾ, ਉਸ ਦਾ ਨਹੀਂ ਬਣਿਆ ਤੇ ਉਹ ਸਾਡਾ ਕਿਵੇਂ ਬਣੇਗਾ? ਬਾਣੀ ਵਿੱਚ ਲਿਖਿਆ, ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ, ਵੈਰ ਕਰੇ ਨਿਰਵੈਰ ਨਾਲ, ਧਰਮ ਨਿਆਏ ਪਚੰਦੇ। ਧਰਮ ਦੇ ਨਿਆਂ ਮੁਤਾਬਕ ਉਹ ਦੁਖੀ ਹੋਣਗੇ। ਜੋ ਜੋ ਸੰਤ ਸਰਾਪਿਆ, ਜੋ ਜੋ ਸੰਤ ਸਰਾਪਿਆ ਸੇ ਫਿਰੇ ਭਵੰਦੇ। ਸੰਤ ਲਫ਼ਜ਼ ਗੁਰੂ ਦੇ ਪਿਆਰੇ ਨੂੰ ਵੀ ਕਹਿ ਸਕਦੇ ਹਾਂ, ਤੇ ਸੰਤ ਜਿਹੜਾ ਹੈ ਗੁਰੂ ਦੇ ਲਈ ਵੀ ਵਰਤ ਸਕਦੇ ਹਾਂ। ਜਿਨ੍ਹਾਂ ਨੂੰ ਗੁਰੂ ਨੇ ਜਾਂ ਕਿਸੇ ਰੱਬ ਦੇ ਪਿਆਰੇ ਨੇ ਫਟਕਾਰ ਦਿੱਤਾ, ਬਚਨ ਕਰ ਦਿੱਤਾ। ਤੁਸੀਂ ਪਿਛਲੇ ਦਿਨਾਂ 'ਚ ਸੁਣਿਆ ਸੀ ਨਾ ਵੀ ਸੱਤੇ ਤੇ ਬਲਵੰਡ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮੁਖ ਤੋਂ ਨਿਕਲ ਗਿਆ ਸੀ ਕੋੜੀ। ਜੋ ਜੋ ਸੰਤ ਸਰਾਪਿਆ ਸੇ ਫਿਰੇ ਭਵੰਦੇ। ਭਵੰਦੇ ਮਤਲਬ ਉਹ ਭਟਕਦੇ ਫਿਰਦੇ, ਉਹਨਾਂ ਨੂੰ ਚੈਨ ਨਹੀਂ ਮਿਲਦੀ, ਉਹਨਾਂ ਨੂੰ ਚੈਨ ਨਹੀਂ ਮਿਲਦੀ। ਇਸ ਕਰਕੇ ਪਹਿਲਾਂ ਬੇਨਤੀ ਕੀਤੀ, ਕੋਈ ਵੀ ਦੁਨੀਆ ਦਾ ਬੰਦਾ ਹੈ, ਕੋਈ ਵੀ ਬੰਦਾ, ਸਭ ਨੂੰ ਪ੍ਰੇਮ ਦੇ ਨਾਲ ਮਿਲਣਾ ਇਹ ਸਤਿਗੁਰ ਦੇ ਹੋਣ ਦੀ ਨਿਸ਼ਾਨੀ ਹੈ, ਗੁਰੂ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਸਭਨਾਂ ਦੇ ਨਾਲ ਪਿਆਰ ਕਰਨਾ, ਸਭਨਾਂ ਨੂੰ ਆਪਣੇ ਬਣਾਉਣਾ, ਇਹ ਗੁਰੂ ਦੇ
ਪ੍ਰੇਮ ਦੀ ਔਰ ਗੁਰੂ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਜਿਨ੍ਹਾਂ ਦੇ ਵਿੱਚ ਇਹ ਚੀਜ਼ ਨਹੀਂ, ਆਖਰੀ ਪੰਕਤੀ, ਉਹਨਾਂ ਦੇ ਲਈ ਮਹਾਰਾਜ ਜੀ ਨੇ ਹੁਣ ਹੱਦ ਵੀ ਪਾਰ ਕਰ ਦਿੱਤੀ ਹੈ। ਦੇਖੋ ਮਹਾਰਾਜ ਪਤਾ ਕੀ ਕਹਿੰਦੇ ਨੇ, ਜਿਨ੍ਹਾਂ ਦੇ ਅੰਦਰ ਇਦਾਂ ਦੀ ਭਾਵਨਾ ਨਹੀਂ, ਪੇੜ ਮੁਢਾਹੋਂ ਕੱਟਿਆ। ਪੇੜ ਦਾ ਮਤਲਬ ਹੁੰਦਾ ਰੁੱਖ, ਮੁਢਾਹੋਂ ਹੁੰਦਾ ਮੁੱਢ ਤੋਂ। ਉਹਨਾਂ ਦੀ ਹਾਲਤ ਇਦਾਂ ਦੀ ਜਿਵੇਂ ਕਿਸੇ ਪੇੜ ਨੂੰ, ਇੱਕ ਤੇ ਪੇੜ ਨੂੰ ਨਾ ਉੱਤੋਂ ਕੱਟ ਦਈਏ, ਮੁੜ ਕੇ ਫਿਰ ਦਰੇਕਾਂ ਨੇ ਨਾ, ਭਾਵੇਂ ਉਹਨੂੰ ਕੱਟ ਦਿਓ ਥੱਲਿਓਂ ਫੁੱਟ ਕਰਾਇਆ ਜੇ, ਭਾਵੇਂ ਨਾਲ ਹੀ ਜ਼ਮੀਨ ਦੇ ਕੱਟ ਦਿਓ, ਉਹ 6 ਮਹੀਨੇ ਬਾਅਦ ਇੰਨਾ ਫੈਲ ਜਾਂਦਾ ਫਿਰ। ਤੇ ਜੇ ਉਸ ਨੂੰ ਜੜੋਂ ਪੱਟ ਦਿੱਤਾ ਜਾਏ, ਇੱਥੇ ਇੰਜ ਲਿਖਿਆ ਮਹਾਰਾਜ ਜੀ ਕਹਿੰਦੇ ਜਿਹੜੇ ਉੱਦਾਂ ਦੇ ਇਨਸਾਨ ਜਿਹੜੇ ਮੰਨਦੇ ਨਹੀਂ, ਜਿਹੜੇ ਇੱਕ ਦੂਜੇ ਨਾਲ ਖਹਿੰਦੇ ਰਹਿੰਦੇ ਨੇ, ਜਿਹੜੇ ਰੱਬ ਦੀ ਹੋਂਦ ਨੂੰ ਮੰਨਦੇ ਨਹੀਂ, ਤੇ ਪੇੜ ਮੁਢਾਹੋਂ ਕੱਟਿਆ ਜਿਵੇਂ ਇੱਕ ਦਰਖਤ ਜਾਂ ਬੂਟਾ ਜੜੋਂ ਕੱਟ ਦਿੱਤਾ ਜਾਏ, ਜੜੋਂ ਕੱਟ ਦਿੱਤਾ ਜਾਏ, ਤਿਸ ਡਾਲ ਸੁਕੰਦੇ, ਡਾਲ ਦਾ ਮਤਲਬ ਡਾਲੀਆਂ, ਟਾਹਣੇ, ਤਿਸ ਡਾਲ ਸੁਕੰਦੇ, ਉਹਦੀਆਂ ਡਾਣੀਆਂ, ਟਾਹਣੀਆਂ ਕਹਿ ਦੋ, ਕਈ ਕੁਝ ਕਹਿੰਦੇ ਆਪਾਂ, ਉਹ ਸੁੱਕ ਜਾਂਦੀਆਂ ਨੇ ਤੇ ਲੋਕ ਉਹਦਾ ਕੱਟ ਕੇ ਬਾਲਣ ਬਣਾ ਕੇ ਚੁੱਲ੍ਹੇ ਵਿੱਚ ਪਾ ਕੇ ਉਹਦੀ ਕੀ ਬਣਾ ਦਿੰਦੇ ਨੇ, ਸੁਆਹ, ਤੇ ਸੁਆਹ ਉੱਡ ਜਾਂਦੀ ਹੈ। ਬਸ ਇੱਦਾਂ ਦੀ ਦੇਖੋ ਕਿੱਡੀ ਵੱਡੀ ਅਖੀਰ ਦੇ ਵਿੱਚ ਉਹ ਉਦਾਹਰਨ ਦਿੱਤੀ ਹੈ। ਜਿਹੜਾ ਬੰਦਾ ਰੱਬ ਨਾਲ ਨਹੀਂ ਜੁੜਦਾ, ਜਿਹੜਾ ਬੰਦਾ ਰੱਬ ਦੇ ਪਿਆਰਿਆਂ ਨਾਲ ਨਫ਼ਰਤ ਕਰਦਾ, ਜਿਹੜਾ ਬੰਦਾ ਲੜਾਈ ਝਗੜੇ ਕਰੀ ਜਾਂਦਾ, ਐਵੇਂ ਬਿਨਾਂ ਮਤਲਬ ਤੋਂ ਫਸਾਦ ਪਾਉਂਦਾ, ਕਿਸੇ ਦੇ ਦੁੱਖ ਨੂੰ ਮਿਟਾਉਣ ਦੀ ਜਗ੍ਹਾ ਦੁਖੀ ਕਰਦਾ, ਇਹ ਸਾਰੇ ਸ਼ਬਦ ਵਿੱਚ ਇੱਦਾਂ ਦੀਆਂ ਵਿਚਾਰਾਂ ਆਈਆਂ। ਇਹ ਜਿਹੜੀਆਂ ਵੀ ਤੁਸੀਂ ਵਿਚਾਰਾਂ ਸਰਵਣ ਕੀਤੀਆਂ, ਇਹਨੂੰ ਗੱਲਾਂ ਨਾ ਸਮਝੋ ਨਾ। ਆਹ ਹੁਣ ਰੁੱਖ ਦੀ ਉਦਾਹਰਨ ਦਿੱਤੀ, ਮੈਂ ਆਪਣੇ ਕੋਲੋਂ ਨਹੀਂ ਲਾਈ, ਤੇ ਜੇ ਪਿੱਛੇ ਵੀ ਜੋ ਮਹਾਰਾਜ ਜੀ ਨੇ ਦੱਸਿਆ ਉਹ ਵੀ ਬਾਣੀ ਦੇ ਵਿੱਚ ਲਿਖਿਆ ਹਰ ਚੀਜ਼। ਸੋ ਮਹਾਰਾਜ ਜੀ ਕਹਿੰਦੇ ਜਿਵੇਂ ਇੱਕ ਬੂਟਾ ਜੜੋਂ ਪੱਟ ਦਈਏ ਤੇ ਉਹਦੀਆਂ ਡਾਲੀਆਂ, ਟਹਿਣੇ ਸਾਰੇ ਸੁੱਕ ਜਾਂਦੇ ਨੇ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਉਸ ਮਨੁੱਖ ਦਾ ਨਾਮੋ ਨਿਸ਼ਾਨ ਮਿਟ ਜਾਂਦਾ, ਜਿਹੜਾ ਬੇਮੁਖ ਹੋ ਜਾਂਦਾ, ਜਿਹੜਾ ਗੁਰੂ ਤੋਂ ਦੂਰ ਹੋ ਜਾਂਦਾ ਹੈ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਬਹੁਤ ਹੀ ਪਿਆਰੀ ਵਿਚਾਰ। ਅੱਜ ਉਹ ਸ਼ਬਦ ਕਈ ਦਿਨਾਂ ਤੋਂ ਆ ਰਹੇ ਨੇ, ਬਹੁਤ ਹੀ ਕਮਾਲ ਦੇ ਨੇ, ਔਰ ਇਹਦੇ ਵਿੱਚ ਸਿੱਧੀਆਂ ਹੀ ਮਹਾਰਾਜ ਜੀ ਨੇ ਚੋਟਾਂ ਮਾਰੀਆਂ। ਕੋਈ ਇਹਦੇ ਵਿੱਚ ਗੋਲਮੋਲ ਗੱਲ ਨਹੀਂ, ਸਿੱਧਾ ਹੀ, ਸਿੱਧੀਆਂ ਹੀ ਨੇ। ਜੇ ਕੋੜੀ ਹੈ ਤੇ ਉਹਨੂੰ ਕੋੜਾ ਕਿਹਾ, ਜੇ ਗੁਰਮੁਖ ਹੈ ਤੇ ਉਸ ਨੂੰ ਗੁਰਮੁਖ ਕਿਹਾ, ਜੇ ਕੋਈ ਬੇਮੁਖ ਹੈ ਤੇ ਉਹਨੂੰ ਬੇਮੁਖ ਕਿਹਾ। ਸੋ ਇਸ ਕਰਕੇ ਗੁਰੂ ਨੇ ਲਿਹਾਜ਼ ਨਹੀਂ ਕੀਤਾ, ਕਰਨਾ ਵੀ ਨਹੀਂ ਚਾਹੀਦਾ। ਸੋ ਗੁਰੂ ਮਿਹਰ ਕਰੇ। ਸੋ ਬੇਨਤੀ ਹੈ, ਜਿਵੇਂ ਆਪ ਜੀ ਨੂੰ ਬੇਨਤੀ ਪਹਿਲਾਂ ਵੀ ਕੀਤੀ ਹੈ, 13 ਅਪ੍ਰੈਲ ਦਿਨ ਮੰਗਲਵਾਰ, ਖਾਲਸਾ ਸਾਜਨਾ ਦਿਵਸ, ਖਾਲਸਾ ਸਾਜਨਾ ਦਿਵਸ, ਵਿਸਾਖੀ ਦਾ ਦਿਹਾੜਾ ਔਰ ਸੰਗਰਾਂਦ ਦਾ, ਵਿਸਾਖ ਦਾ ਪਵਿੱਤਰ ਦਿਹਾੜਾ ਪ੍ਰਵੇਸ਼ ਹੋ ਰਿਹਾ ਹੈ। ਇਸ ਸੰਬੰਧ ਵਿੱਚ ਪਰਸੋਂ, ਸੋ ਪਰਸੋਂ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅੱਜ 9 ਹੈ, 11 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਭੋਗ ਦੇ ਉਪਰੰਤ ਆਰੰਭ ਹੋਣਗੇ। 13 ਤਰੀਕ ਨੂੰ ਭੋਗ ਪੈਣੇ ਹਨ। ਸੋ 13 ਤਰੀਕ ਨੂੰ ਸਾਡੇ ਸਭ ਦਾ ਜਨਮ ਦਿਨ ਹੈ, ਜਿੰਨੇ ਵੀ ਅਸੀਂ ਗੁਰਸਿੱਖ ਹਨ। ਅਸਲ ਦੇ ਵਿੱਚ ਉਹ ਸਾਡਾ ਜਨਮ ਦਿਨ ਹੈ। ਜਿਵੇਂ ਦੁਨਿਆਵੀ ਜਨਮ ਦਿਨ ਅਸੀਂ ਬੜੀ ਖੁਸ਼ੀ ਨਾਲ ਮਨਾਉਂਦੇ ਹਾਂ ਨਾ, ਬੜੇ ਪੈਸੇ ਖਰਚ ਕਰਦੇ ਹਾਂ, ਪਕਾਨੇ ਲਾਉਂਦੇ ਹਾਂ, ਡੈਕੋਰੇਸ਼ਨ ਕਰਦੇ ਹਾਂ, ਕੇਕ ਲਿਆਉਂਦੇ ਹਾਂ, ਬਹੁਤ ਚੰਗੀ ਗੱਲ ਹੈ, ਖੁਸ਼ੀਆਂ ਰੱਬ ਸਭ ਨੂੰ ਦੇਵੇ। ਪਰ ਜਿਹੜਾ ਸਾਡਾ ਅਸਲ ਦੇ ਵਿੱਚ ਜੰਮਣਾ ਹੈ, ਸਾਡੀ ਉਮਰ ਉਦਣ ਤੋਂ ਹੀ ਹੈ ਜਿੱਦਣ ਅਸੀਂ ਉਸ ਕੇਸਗਰ ਧਰਤੀ ਤੋਂ ਪੈਦਾ ਹੋਏ ਹਾਂ, ਜਾਂ ਖੰਡੇ ਬਾਟੇ ਦੀ ਪਹੁਲ ਲਈ ਹੈ, ਅੰਮ੍ਰਿਤ ਛਕਿਆ, ਉਹ ਸਾਡਾ ਜਨਮ ਦਿਨ ਆ। ਇਸ ਕਰਕੇ ਜਿਨ੍ਹਾਂ ਨੇ ਨਹੀਂ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਉਹਨਾਂ ਦਾ ਜਨਮ ਵੀ ਉਸੇ ਦਿਨ ਤੋਂ ਹੀ ਹੈ, ਖਾਲਸੇ ਦੇ ਰੂਪ ਦੇ ਵਿੱਚ। ਇਸ ਕਰਕੇ ਸਾਡਾ ਜਨਮ ਦਿਨ ਹੈ, ਉਸ ਨੂੰ ਅਸੀਂ ਬਹੁਤ ਹੀ ਪ੍ਰੇਮ ਦੇ ਨਾਲ ਗੁਰੂ ਦੀ ਬਾਣੀ ਸੁਣ ਕੇ, ਇਤਿਹਾਸ ਸੁਣ ਕੇ ਮਨਾਉਣਾ, ਤੇ ਆਪਣੀ ਤਿਲ ਫੁੱਲ ਜ਼ਰੂਰ ਉਸ ਦਿਨ ਅਸੀਂ ਭੇਟਾ ਕਰਨੀ ਹੈ। ਜੇ ਕਿਸੇ ਨੇ ਕੋਈ ਚਾਹ ਦੇ ਲੰਗਰ ਦੀ ਸੇਵਾ ਕਰਨੀ, ਕੋਈ ਦੇਗ ਦੀ, ਜਾਂ ਕੋਈ ਵੀ ਹੋਰ ਵੀ ਪਾਠੀ ਸਿੰਘਾਂ ਨੂੰ ਕੋਈ ਲੰਗਰ ਦੀ ਸੇਵਾ ਕਰਨੀ ਹੋਵੇ, ਭਾਵੇਂ ਕੋਈ 1 ਰੁਪਈਆ ਹੀ ਪਾਵੇ, ਉਸ ਨਾਂ ਦਾ ਜਨਮ ਦਿਨ ਦੇ, ਖਾਲਸੇ ਦੇ ਜਨਮ ਦਿਨ ਦੇ ਗੁਰੂ ਦੀ ਗੋਲਕ ਵਿੱਚ ਜ਼ਰੂਰ ਸੇਵਾ ਕਰਨੀ ਚਾਹੀਦੀ ਹੈ। ਮੈਨੂੰ, ਤੁਹਾਨੂੰ ਸਾਰਿਆਂ ਨੂੰ
ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖੁਸ਼ ਹੋਣਗੇ, ਫਿਰ ਅਸਲੀ ਜਨਮ ਦਿਨ ਮਨਾਇਆ ਜਾਏਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਖਾਲਸਾ ਸਾਜਨਾ ਦਿਵਸ ਬਾਰੇ ਵੀ ਕੋਸ਼ਿਸ਼ ਕਰਾਂਗੇ। ਕੱਲ ਤੋਂ ਹੀ ਇਹ ਜੋ ਖਾਲਸਾ ਸਾਜਨਾ ਦਿਵਸ ਦੇ ਬਾਰੇ ਥੋੜਾ ਅਸੀਂ ਵਿਚਾਰ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾਇਨੀ ਸੇਵਾ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।